जन्म तुम्हारे लेखे, जन्म तुम्हारे लेखे, जन्म तुम्हारे लेखे, जन्म तुम्हारे लेखे, तुम्हारे लेखे, जन्म तुम्हारे लेखे। अब पत्यार क्या कीजै, बचनी तौर मोर मन मानै, जन को पूर्ण दीजै। हो बल बल जाओ मैया कारने, कारण कवन अबोल रहा, बहुत जन्म बिसरे ते मातो, तो जन्म तुम्हारे लेखे, किरवतास आस लग जीवो, चिर भयो दर्शन देखे। जन्म तुम्हारे लेखे मातो, जन्म तुम्हारे लेखे, तुम्हारे लेखे, जन्म तुम्हारे लेखे, तुम्हारे लेखे।
गुरु बाबा जी की पावन पवित्र हजूरी च बैठी गुरु रूप गुरु सारी साध संगत अपने समय ते स्वासा सफलिया करने वास्ते माई और भाई सारे ही प्रेमी जन दूरों नेड़े आपो अपने दुनियावी धंधे धंधारा तो छुटकारा पा करके जुग जुग अटल धन धन साहब श्री गुरु ग्रंथ साहिब महाराज जी की पावन पवित्र हजूरी में पुज के अपनी जिंदगी दियां अपने जीवन दियां
ਅਮੋਲਕ ਘੜੀਆਂ ਗੁਰ ਚਰਨਾਂ ਵਿੱਚ ਲਗਾ ਕੇ ਸਫਲਿਆਂ ਕਰਨ ਦੀ ਖੇਚਲਾ ਯਾਨੀ ਕਿਰਪਾਲਤਾ ਕਰ। ਤਾਂ ਤੇ ਥੋੜਾ ਜਿਹਾ ਸਮਾਂ ਗੁਰਦੇਵ ਦੇ ਚਰਨਾਂ ਵਿੱਚ ਲਾਈਏ, ਸਾਧ ਸੰਗਤ ਵਿਚਾਰ ਕਰੀਏ ਅਸੀਂ ਤੁਸੀਂ ਦੁਨੀਆ ਤੇ ਸੰਸਾਰ ਤੇ ਕੀ ਕਰਨ ਵਾਸਤੇ ਆਏ ਹਾਂ, ਕਰਕੇ ਰਹੇ ਹਾਂ, ਸਾਨੂੰ ਕਰਨਾ ਕੀ ਚਾਹੀਦਾ ਹੈ। ਸਾਧ ਸੰਗਤ ਅੰਮ੍ਰਿਤ, ਅੰਮ੍ਰਿਤ ਸ਼ਬਦ ਕੋ ਐੜਾ ਕੱਟਦੀ ਮ੍ਰਿਤ ਰਹਿ ਜਾਂਦਾ। ਮ੍ਰਿਤ ਨੇ ਮੌਤ ਦਾ, ਮੌਤ ਦਾ ਡਰ ਦੇਖ ਲੋ ਕਿੰਨਾ ਹੈ। ਸਾਧ ਸੰਗਤ ਚੂਹੇ ਨੂੰ ਬਿੱਲੀ ਦਾ ਡਰ, ਬਿੱਲੀ ਨੂੰ ਕੁੱਤੇ ਦਾ ਡਰ, ਕੁੱਤੇ ਨੂੰ ਬੰਦੇ ਦਾ ਡਰ, ਬੰਦੇ ਨੂੰ ਸ਼ੇਰ ਦਾ ਡਰ, ਸ਼ੇਰ ਨੂੰ ਬੰਦੇ ਦਾ ਡਰ, ਸਭ ਤੋਂ ਵੱਡਾ ਸਾਧ ਸੰਗਤ ਮੌਤ ਦਾ ਡਰ। ਰਾਜੇ ਨੂੰ ਪਰਜਾ ਦਾ ਡਰ, ਕਿਤੇ ਮੇਰੀ ਪਰਜਾ ਬਾਗੀ ਨਾ ਹੋ ਜਾਏ, ਪਰਜਾ ਨੂੰ ਰਾਜੇ ਦਾ ਡਰ। ਇਦੋਂ ਵੱਡਾ ਡਰ ਮੌਤ ਦਾ ਡਰ ਤਾਂ ਸਾਰਿਆਂ ਦੇ ਸਿਰ ਤੇ ਬਣਿਆ ਹੋਇਆ ਹੈ। ਅੰਮ੍ਰਿਤ ਉਸ ਅਮੋਲਕ ਵਸਤੂ ਦਾ ਨਾਮ ਹੈ ਜਿਹੜੀ ਜੀਵ ਨੂੰ ਜਨਮ ਮਰਨ ਤੋਂ ਪਰੀ ਕਰਕੇ ਸਦੀਵੀ ਕਾਲ ਯਾਨੀ ਸਦਾ ਵਾਸਤੇ ਜੀਵਨ ਮੁਕਤ ਕਰਕੇ ਰੱਖ ਦੇਵੇ। ਸਾਧ ਸੰਗਤ ਜੀ, ਅੰਮ੍ਰਿਤ ਤੋਂ ਬਿਨਾਂ ਸਿੱਖ ਨੁਗਰਾ, ਨਗੁਰੇ ਦੀ ਮੁਕਤੀ ਤਾਂ ਕਿਤੇ ਰਹਿ ਗਈ। ਪਹਿਲੀ ਗੱਲ ਤਾਂ ਗੁਰੂ ਜੀ ਕਹਿੰਦੇ ਨਗੁਰੇ ਦਾ ਨਾਂ ਲੈਣਾ ਹੀ ਪਾਪ, ਕਹਿੰਦੇ ਨੇ ਨਗੁਰੇ ਦਾ ਨਾਂ ਲਿਆ ਪਾਪ ਲੱਗਦੇ ਨੇ, ਪਾਪ। ਸਤਿਗੁਰੂ ਬਾਝੋਂ ਗੁਰ ਨਹੀਂ ਕੋਈ ਨਗੁਰੇ ਕਾ ਹੈ ਨਾਉ ਬੁਰਾ, ਕਹਿੰਦੇ ਨਗੁਰੇ ਬੰਦੇ ਦਾ ਨਾਂ ਲਿਆ ਪਾਪ ਚੜਦੇ ਨੇ, ਪਾਪ ਲੱਗਦੇ ਨੇ। ਨਗੁਰੇ ਦੀ ਮੁਕਤੀ ਤਾਂ ਕਿਤੇ ਰਹਿ ਗਈ। ਕਹਿੰਦੇ ਨੇ ਕਿ ਨਗੁਰਾ ਪੁਰਸ਼ ਜਿਸ ਥਾਂ ਤੇ ਬੈਠਦਾ ਸਵਾ ਗਜ ਧਰਤੀ ਪ੍ਰਿਸ਼ਟੀ ਜਾਂਦੀ। ਸਵਾ ਗਜ ਧਰਤੀ ਜਿਹੜੀ ਅਪਵਿੱਤਰ ਹੋ ਜਾਂਦੀ, ਪਲੀਤ ਹੋ ਜਾਂਦੀ। ਜਦੋਂ ਕੋਈ ਗੱਲ ਸਮਝਾਉਣੀ ਹੋਵੇ, ਕੋਈ ਪ੍ਰਮਾਣ ਜਾਂ ਦਲੀਲ ਦੇ ਕੇ ਸਮਝਾਈ ਜਾਇਆ ਕਰਦੀ ਹੈ, ਗੁਰੂ ਜੀ ਫਰਮਾਉਂਦੇ ਨੇ ਭਾਈ ਦੇ ਗੁਰਬਿਨ ਗਿਆਨ ਨਾ ਹੋਏ। ਸਾਧ ਸੰਗਤ, ਜਿਵੇਂ ਸੂਰਜ ਤੋਂ ਬਿਨਾਂ ਬ੍ਰਹਮੰਡ ਦਾ ਹਨੇਰਾ ਦੂਰ ਨਹੀਂ ਹੁੰਦਾ। ਜਿਹੜਾ ਸੂਰਜ ਹੈ ਬ੍ਰਹਮੰਡ ਦੇ ਹਨੇਰੇ ਨੂੰ ਦੂਰ ਕਰ ਸਕਦਾ, ਪਰ ਮਨ ਦੇ ਹਨੇਰੇ ਨੂੰ ਦੂਰ ਨਹੀਂ ਕਰ ਸਕਦਾ। ਮਨ ਦੇ ਹਨੇਰੇ ਨੂੰ ਤਾਂ ਗੁਰੂ ਹੀ ਦੂਰ ਕਰ ਸਕਦਾ। ਸੂਰਜ ਦੇ ਬਾਰੇ ਮਹਾਰਾਜ ਜੇ 100 ਚੰਦਾ ਉਗਵੇ, ਆਸਾ ਦੀ ਵਾਰ ਦੇ ਸ਼ੁਰੂ ਚ ਦੱਸਿਆ, ਕਹਿੰਦੇ ਨੇ ਕਿ ਜੇਕਰ ਸੈਂਕੜੇ ਚੰਦਰਮਾ ਨਿਕਲ ਪੈਣ, ਜੇ 100 ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਸੈਂਕੜੇ ਚੰਦਰਮਾ ਨਿਕਲ ਪੈਣ, ਹਜ਼ਾਰਾਂ ਸੂਰਜ ਚੜ ਪੈਣ, ਜਿੰਨੀ ਰੋਸ਼ਨੀ ਜਿੰਨਾ ਪ੍ਰਕਾਸ਼ ਸੈਂਕੜੇ ਚੰਦਰਮਾ ਕਰਕੇ ਔਰ ਹਜ਼ਾਰਾਂ ਸੂਰਜਾਂ ਕਰਕੇ, ਕਹਿੰਦੇ ਨੇ ਜਿੰਨਾ ਪ੍ਰਕਾਸ਼ ਹੁੰਦਾ ਨਾ, ਕਹਿੰਦੇ ਏਤੇ ਚਾਨਣ ਹੁੰਦੇ ਆ, ਇੰਨਾ ਪ੍ਰਕਾਸ਼ ਹੋ ਜੇ ਸੈਂਕੜੇ ਚੰਦਰਮਾ ਦਾ ਔਰ ਹਜ਼ਾਰਾਂ ਸੂਰਜਾਂ ਦਾ ਪ੍ਰਕਾਸ਼ ਹੋ ਜੇ, ਪਰ ਕਹਿੰਦੇ ਨੇ ਏਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਜੀਵ ਅਗਿਆਨੀ ਹੈ, ਅਗਿਆਨਤਾ ਦੇ ਹਨੇਰੇ 'ਚ ਬੈਠਾ ਹੋਇਆ ਹੈ। ਭਾਈ ਸਾਹਿਬ, ਭਾਈ ਨੂੰ ਮਾਫ ਕਰਨਾ, ਐਸਾ ਵੀ ਦੱਸਣਾ ਕੀਤਾ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਗੁਰੂ ਤੋਂ ਬਿਨਾਂ ਪਰਮਾਰਥ ਦੀ ਸੋਝੀ ਨਹੀਂ ਪੈਂਦੀ। ਪਰਦਾਸ ਅਰਜ ਕਰੇ, ਗੁਰੂ ਜੀ ਫਰਮਾਉਂਦੇ ਨੇ ਭਾਈ ਰੇ ਗੁਰ ਬਿਨ ਮਾਫ ਕਰਨਾ, ਭਾਈ ਰੇ ਗੁਰ ਬਿਨ ਗਿਆਨ ਨਾ ਹੋਏ। ਗੁਰੂ ਜੀ ਕਹਿ ਰਹੇ ਮਰਦਾਨਿਆਂ, ਗੁਰੂ ਤੋਂ ਬਿਨਾਂ ਗਿਆਨ ਨਹੀਂ ਹੁੰਦਾ, ਤੇ ਗਿਆਨ ਤੋਂ ਬਿਨਾਂ ਕਲਿਆਣ ਜਾਣੀ ਜੀਵ ਦੀ ਮੁਕਤੀ ਨਹੀਂ ਹੋਇਆ ਕਰਦੀ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ। ਅੱਗੇ ਪ੍ਰਮਾਣ ਦਿੰਦੇ ਨੇ, ਪੁੱਛੋ ਬਰਮੇ ਨਾਰਦ, ਬਰਮਾ ਜਿਸ ਤੋਂ ਸ੍ਰਿਸ਼ਟੀ ਦੀ ਰਚਨਾ ਮੰਨੀ, ਉਤਪੱਤੀ ਮੰਨੀ। ਪੁੱਛਿਆ ਸੀ ਨਾ ਸੁਮੇਰ ਦੀਆਂ ਚੋਟੀਆਂ ਤੇ, ਗੁਰੂ ਨਾਨਕ ਜੀ ਦੇ ਚਰਨਾਂ ਵਿੱਚ ਸਿੱਧਾ ਨੇ ਬੇਨਤੀ ਕਰਕੇ, ਗਰੀਬ ਨਵਾਜ, ਇਹ ਸੰਸਾਰ ਦੀ ਖੇਡ ਕਿਵੇਂ ਚੱਲ ਰਹੀ ਹੈ? ਇਹ ਸੰਸਾਰ ਦੀ ਖੇਡ ਨੂੰ ਕੌਣ ਚਲਾ ਰਿਹਾ ਹੈ? ਮਾਫ ਕਰਨਾ ਗੁਰੂ ਕੀ ਸੰਗਤ। ਉਸ ਮੌਕੇ ਗੁਰੂ ਜੀ ਨੇ ਸ਼੍ਰੀ ਜਪਜੀ ਸਾਹਿਬ ਦੀ ਇਹ ਪੌੜੀ ਉਚਾਰਨ ਕੀਤੀ ਸੀ ਸਿੱਧੋ। ਉੱਥੇ ਗੁਰੂ ਬਾਬੇ ਨਾਲ ਭਾਵੇਂ ਸਿੱਧਾਂ ਦੇ ਬੜੇ ਬੜੇ ਵਾਦ ਵਿਵਾਦ ਹੋਏ, ਅਖੀਰ ਸਿੱਧਾਂ ਨੂੰ ਮੂੰਹ ਦੀ ਖਾਣੀ ਪਈ ਔਰ ਇਹ ਗੱਲ ਕਹਿਣੀ ਪਈ, ਧੰਨ ਨਾਨਕ ਤੇਰੀ ਵੱਡੀ ਕਮਾਈ। ਉਪਰੰਤ ਸਿੱਧਾਂ ਨੇ ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਮਹਾਰਾਜ ਸੰਸਾਰ ਦੀ ਖੇਡ ਨੂੰ, ਸੰਸਾਰ ਦੀ ਰਚਨਾ ਨੂੰ ਕੌਣ ਚਲਾ ਰਿਹਾ, ਕੈਸੇ ਚੱਲ ਰਹੀ ਹੈ? ਉਸ ਮੌਕੇ ਗੁਰੂ ਜੀ ਨੇ ਕਿਹਾ ਸੀ, ਸਿੱਧੋ ਕੰਟਰੋਲਰ ਤਾਂ ਭਾਵੇਂ ਸਾਰੀ ਦੁਨੀਆ ਦਾ ਇੱਕ ਵਹਿਰੂ ਅੰਤਰਜਾਮੀ ਆਪ ਹੀ ਹੈ। ਜਿਵੇਂ ਹਿੰਦੁਸਤਾਨ ਦੀਆਂ 24 ਜਾਂ 25 ਸਟੇਟਾਂ ਨੂੰ, 25-26 ਸਟੇਟਾਂ ਦੇ ਜਿੰਨੇ ਵੀ ਸੀਐਮ ਨੇ, ਚੀਫ ਮਿਨਿਸਟਰ ਨੂੰ ਕਹਿੰਦੇ ਨੇ, ਅਲੱਗ-ਅਲੱਗ ਨੇ, ਪਰ ਜਿਹੜਾ ਕੰਟਰੋਲਰ ਹੈ ਉਹ ਸੈਂਟਰ ਇੱਕ ਹੀ ਹੈ, ਯਾਨੀ ਪ੍ਰਾਈਮ ਮਿਨਿਸਟਰ ਹੀ ਹੈ।
गुरु जी लगे कहन सिद्धो तीन लोग जिन्होंने 14 भवन भी किया। गुरु जी लगे कहन सिद्धो कंट्रोलर तो सारी दुनिया का एक वैरू अंतरजामी आप ही है, पर हर लोक का एक ब्रह्म है, एक शिवजी है, एक विष्णु है। उस मौके ए पौड़ी उच्चारण की सिद्धो एक माई जुगत व्याई तीन चेले परवान एक संसारी। ब्रह्मा संसार की रचना करता, एक संसारी एक भंडारी विष्णु जी रोजी दिंदे हैं, एक लाए दीवान शिव जी संसार की लहता जनी विनाश करते हैं। माफ करना दास जी अर्ज कर रहे थे गुरु जी प्रमाण कीरा दे रहे हैं, कहते भावे ब्रह्मा नूं पुछ लो जिहड़ा सृष्टि की उत्पत्ति करता, पुछो ब्रह्मे नार दे, भावे ब्रह्मा दे पुत्र नारद नूं पुछ लो, वेद व्यासे कोई भावे वेद व्यास नूं पुछ लो कि गुरु तो बिना ज्ञान नहीं हुंदा, ज्ञान तो बिना मुक्ति नहीं होया करदी। 707 युग दा वेला सी पहुंचो काशी। साडे हिंदुस्तान विच जुगां जुगांतरां तो संतां भगतां दा केंद्र तुरिया आ रहा। किसी मौके सर्दियां दे दिन अज काशी विच बहुत वड्डे वड्डे विद्वान पुरुषां दी सतपुरुषां दी सभा लगी। इस सभा दे विच ब्रह्मा दा पुत्र नारद भी बैठा है। अजे नारद नूं गुरु शरण प्राप्त नहीं हुई। सत असत दे विचार चल रही। सत की है? आद सच जुगाद सच है पी सच नानक होसी पी सच जिन हमेशा रहना वैरू अंतरजामी। ओ सत है। असत की है? आप जिन्ने भी बैठे हैं आप जन्म तो पहला भी इत्थे नहीं सन, आप मरण तो बाद भी इत्थे नहीं होवांगे। और जिन्ने बड़े बड़े मकान नजर आउंदे ने ये बन तो पहला भी इत्थे नहीं सन, ढहन तो बाद भी इत्थे नहीं होणगे। तदे रविदास जी फरमाउंदे हन नाम तेरो आरती मजन मरारे हर के नाम बिन झूठे सगल पसारे। गुरु जी कहते कूड़ राजा कूड़ प्रजा कूड़ सब संसार। क्यों राजा भी जन्म लैन तो पहला नहीं सी कहो है, राजे ने मरण तो बाद भी नहीं रह जाना, प्रजा भी जन्म लैन तो पहला नहीं सी इत्थे हैगी, मरण तो बाद भी प्रजा ने इत्थे नहीं होना, संसार भी जन्म लैन तो पहला इत्थे नहीं सी, मरण तो बाद संसार ने इत्थे नहीं होना। साध संगत सत असत के विचार चल रही है। साध संगत जी इसे सभा दे विच ब्रह्मा दा पुत्र नारद बैठा होया, पर वो अजे नंगुरा है। वो समा हो पाया जदों सत्संग की समाप्ति हुई। सत्संगत ना ही होता कहो है गुरु पूछा सी ना गुरु साहब के चरणों सिक्खां ने बेनती करके महाराज सत्संगत का स्वरूप की है। आप गुरु ग्रंथ समर प्रकाश भी कर लेने कहो है गुरु। गल्लां राजनीति दी शुरू हो जांदियां ने, गल्लां समाजवाद दी शुरू हो जांदियां ने, गल्लां इधर उधर दी शुरू हो जांदियां ने। ये सत्संगत नहीं है कहो है गुरु। ये राजनीतिक गल्लां ने, राजनीतिक पॉलिटिशियन दी गल्लां ने किसी नूं मुक्ति दित्ती कदे? बोलते नहीं भाई। खालसा जी पॉलिटिशियन दी गल्लां करके किसी की मुक्ति हो जाएगी? नहीं हो सकती। समाजवाद दी गल्लां नाल किसी मुक्ति हो जाएगी? नहीं। हो तो दुनियादारी दी गल्लां हन। पर गुरु किस्म में अर्ज करें जब सिक्खा ने पूछा गरीब नवाज सत्संगत का स्वरूप की है, व्हाट इज द डेफिनेशन ऑफ सत्संगत, सत्संगत की परिभाषा की है? उस मौके गुरु जी ने ऐ शब्द उच्चारण किया सिखा सत संगत कहती जानिए जिथे इको नाम बखानिए। संगत कहती जानिए जिथे इको नाम बखानिए। इसको नाम बखानिए। संगत कहती जानिए जिथे इसको नाम बखानिए। इसको नाम खानी है, नाम खानी है, नाम खानी है, इसको नाम खानी है।
ਨਾਮ ਵਖਾਣੀਏ ਇੱਕੋ ਨਾਮ ਵਖਾਣੀਏ ਇੱਕੋ ਨਾਮ ਜਾਣੀਏ ਸੰਗ ਕੀ ਜਾਣੀਏ ਇੱਕੋ ਨਾਮ ਜਾਣੀਏ ਸੰਗਤ ਹੈ। ਸਤ ਜੀ ਨੇ ਸਦਾ ਰਹਿਣਾ। ਅਸੀਂ ਗੱਲਾਂ ਉਹਨਾਂ ਦੀਆਂ ਕਰ ਦਿੰਦੇ ਹਾਂ ਸ਼ੁਰੂ ਜਿਨ੍ਹਾਂ ਨੇ ਕੁਝ ਸਮੇਂ ਤੋਂ ਬਾਅਦ ਮਰ ਕੇ ਰਾਹੇ ਪੈ ਜਾਣਾ। ਤਦੇ ਗੁਰੂ ਜੀ ਕਹਿੰਦੇ ਹਨ ਇੱਕੋ ਸਿਮਰੋ ਨਾਨਕਾ ਜੋ ਜਪਤ ਰਿਹਾ ਸਮਾਏ ਉਹਦੇ ਨਾਲ ਜੁੜਨਾ ਹੈ। ਸਿੱਖ ਨੇ ਜਿਹੜਾ ਜਰੇ ਜਰੇ ਵਿੱਚ ਰਮਿਆ ਹੋਇਆ ਹੈ। ਦੂਜਾ ਕਹੇ ਸਿਮਰੀਏ ਜੰਮੇ ਤੇ ਮਰ ਜਾਏ। ਦੂਜੇ ਦਾ ਸਿਮਰਨ ਵੀ ਕਾਦਾ ਹੈ। ਪਰ ਇੱਥੇ ਦੱਸਣਾ ਕੀਤਾ ਸਤ ਸੰਗਤ ਕੈਸੀ ਜਾਣੀਏ ਜਿੱਥੇ ਇੱਕੋ ਨਾਮ ਵਖਾਣੀਏ, ਜਿੱਥੇ ਇੱਕ ਵਾਹਿਗੁਰੂ ਦੇ ਨਾਮ ਤੋਂ ਬਿਨਾ ਦੂਜੀ ਹੋਰ ਕੋਈ ਗੱਲ ਨਹੀਂ ਹੁੰਦੀ। ਸਿਮਰਤ ਵੇਦ ਪੁਰਾਣ ਪ੍ਰਕਾਰਨ ਪੋਥੀਆਂ ਨਾਮ ਬਿਨਾ ਸਭ ਕੂੜੀ ਗਾਲੀ ਉੱਚੀਆਂ ਬਾਕੀ ਗੱਲਾਂ ਸਭ ਹੋਛੇ ਪੁਣ ਦੀਆਂ ਗੱਲਾਂ ਹਨ। ਸਾਸੋਂ ਹੋਛੇ ਪੁਣ ਦੀਆਂ ਗੱਲਾਂ। ਜੇ ਆਪਾਂ ਨਾਮ ਦੀ ਗੱਲ ਨਹੀਂ ਕਰਦੇ, ਜੇ ਗੁਰੂ ਦੀ ਗੱਲ ਨਹੀਂ ਕਰਦੇ, ਜੇ ਪਰਮੇਸ਼ਰ ਦੀ ਗੱਲ ਨਹੀਂ ਕਰਦੇ, ਫਿਰ ਤਾਂ ਗੁਰੂ ਜੀ ਕਹਿੰਦੇ ਨਾਮ ਬਿਨਾ ਸਭ ਕੂੜੀ ਗਾਲੀ ਉੱਚੀਆਂ ਸਾਸੋਂ ਮੈਂ ਅਰਜ਼ ਕਰਿਆ ਸੀ। ਇਸੇ ਸਭਾ ਦੇ ਵਿੱਚ ਬਰਮਾ ਦਾ ਪੁੱਤਰ ਨਾਰਦ ਬੈਠਾ। ਨਾਰਦ ਅਜੇ ਨਗੁਰ ਹੈ, ਗੁਰੂ ਸ਼ਰਨ ਪ੍ਰਾਪਤ ਨਹੀਂ ਹੋਈ। ਉਹ ਸਮਾਂ ਮੁਕਾਇਆ ਜਦੋਂ ਵਿਦਵਾਨ ਪੁਰ ਸਵੇਰ ਦਾ ਸਮਾਂ ਸੀ। ਹਰੀ ਜਸ ਹਰੀ ਕੀਰਤਨ ਦੀ ਸਮਾਪਤੀ ਹੋਈ। ਸਾਰੇ ਵਿਦਵਾਨ ਪੁਰਸ਼ ਆਪੋ ਆਪਣੇ ਘਰਾਂ ਨੂੰ ਚਲੇ ਗਏ। ਤੋ ਇਹ ਬਰਮਾ ਦਾ ਪੁੱਤਰ ਨਾਰਦ ਸ਼ਾਮ ਦੇ ਸਮੇਂ ਟਹਿਲਦੇ ਉਸ ਥਾਂ ਤੇ ਪੁੱਜਾ ਸਾਧ ਜਿੱਥੇ ਸਵੇਰ ਦੇ ਸਮੇਂ ਇਹਨਾਂ ਸਤਿਪੁਰਸ਼ਾਂ ਦੀ ਸਭਾ ਲੱਗੀ ਹੋਈ ਸੀ। ਬਰਮਾ ਦਾ ਪੁੱਤਰ ਨਾਰਦ ਕੀ ਦੇਖਦਾ ਕਿ ਜਿਸ ਥਾਂ ਤੇ ਮੈਂ ਬੈਠਾ ਹੋਇਆ ਸਾਂ ਕੁਝ ਮਜ਼ਦੂਰ ਕਸੀਆਂ ਟੋਕਰੀਆਂ ਲੈ ਕੇ ਨਾ ਤਸਲੇ ਲੈ ਕੇ ਉਸ ਥਾਂ ਤੋਂ ਮਿੱਟੀ ਪੱਟ ਕੇ ਦੂਰ ਦਰੇਡੇ ਲਿਜਾ ਰਹੇ ਨੇ ਔਰ ਦੂਰ ਦਰੇਡਿਓਂ ਸਾਫ਼ ਔਰ ਸ਼ੁੱਧ ਮਿੱਟੀ ਲਿਆ ਕੇ ਫਿਰ ਉਸੇ ਥਾਂ ਤੇ ਪਾ ਰਹੇ ਹਨ। ਇਹ ਬਰਮਾ ਦਾ ਪੁੱਤਰ ਨਾਰਦ ਦੇਖ ਕੇ ਬੜਾ ਹੈਰਾਨ ਹੋਇਆ ਵੀ ਮਜ਼ਦੂਰ ਕਰ ਕੀ ਰਹੇ ਨੇ। ਇੱਕ ਪਾਸੇ ਤਾਂ ਇਸ ਥਾਂ ਤੋਂ ਮਿੱਟੀ ਪੱਟ ਕੇ ਦੂਰ ਦਰੇਡੇ ਲਿਜਾ ਰਹੇ ਨੇ ਤੇ ਦੂਜੇ ਪਾਸੇ ਦੂਰ ਦਰੇਡਿਓਂ ਮਿੱਟੀ ਲਿਆ ਕੇ ਇਸ ਥਾਂ ਤੇ ਪਾ ਰਹੇ ਨੇ। ਜੇ ਦੂਰ ਦਰੇਡਿਓਂ ਮਿੱਟੀ ਲਿਆ ਕੇ ਇਸ ਥਾਂ ਤੇ ਪਾਉਣੀ ਹੈ ਤਾਂ ਇੱਥੋਂ ਭਲਾ ਮਿੱਟੀ ਪੱਟ ਕੇ ਦੂਰ ਦਰੇਡੇ ਲਿਜਾਣ ਦੀ ਕੀ ਲੋੜ ਹੈ, ਕੀ ਜ਼ਰੂਰਤ ਪਈ ਹੈ। ਤਾਂ ਨਾਰਦ ਨੇ ਅੱਗੇ ਵਧ ਕੇ ਪੁੱਛਣਾ ਕੀਤਾ ਮਜ਼ਦੂਰਾਂ ਨੂੰ ਵੀ ਪ੍ਰੇਮੀ ਹੋ, ਮੈਂ ਕੀ ਦੇਖ ਰਿਹਾ ਵੀ ਇੱਕ ਪਾਸੇ ਤਾਂ ਤੁਸੀਂ ਇਸ ਥਾਂ ਨੂੰ ਮਿੱਟੀ ਪੱਟ ਕੇ ਦੂਰ ਦਰੇਡੇ ਲਿਜਾ ਰਹੇ ਹੋ, ਦੂਜੇ ਪਾਸੋਂ ਫਿਰ ਮਿੱਟੀ ਲਿਆ ਕੇ ਇਸ ਥਾਂ ਤੇ ਪਾ ਰਹੇ ਹੋ। ਜੇ ਦੂਰ ਦਰੇਡੇ ਮਿੱਟੀ ਲਿਆ ਕੇ ਇੱਥੇ ਪਾਉਣੀ ਹੈ ਤਾਂ ਇੱਥੋਂ ਮਿੱਟੀ ਪੱਟ ਕੇ ਦੂਰ ਦਰੇਡੇ ਲਿਜਾਣ ਦੀ ਕੀ ਲੋੜ ਹੈ। 700 ਮਜ਼ਦੂਰਾਂ ਨੂੰ ਨਹੀਂ ਸੀ ਪਤਾ ਕਿ ਇਹੀ ਬਰਮਾ ਦਾ ਪੁੱਤਰ ਨਾਰਦ ਹੈ। ਮਜ਼ਦੂਰਾਂ ਨੇ ਕਹਿਣਾ ਕੀਤਾ ਪ੍ਰੇਮੀਆਂ ਤੈਂ ਨਹੀਂ ਸੁਣਿਆ। ਆਖਿਆ ਕੀ? ਆਖਿਆ ਇੱਕ ਕੋਈ ਬਰਮਾ ਦਾ ਪੁੱਤਰ ਨਾਰਦ ਉਹ ਅਜੇ ਨਗੁਰ ਹੈ। ਸਵੇਰੇ ਸਤਿਪੁਰਸ਼ਾਂ ਦੀ ਇਸ ਥਾਂ ਤੇ ਸਭਾ ਲੱਗੀ ਹੋਈ ਸੀ। ਕਹਿਣਾ ਕੀਤਾ ਉਹ ਬਰਮਾ ਦਾ ਪੁੱਤਰ ਨਾਰਦ ਜੋ ਅਜੇ ਨਗੁਰਾ ਹੈ ਸਵੇਰ ਦੇ ਸਮੇਂ ਉਹ ਇਸ ਥਾਂ ਤੇ ਬੈਠਾ ਸੀ। ਤੈਂ ਨਹੀਂ ਸੁਣਿਆ ਕਿ ਜਿੱਥੇ ਨਗੁਰਾ ਪੁਰਸ਼ ਬੈਠਦਾ ਸਭਾ ਵਿੱਚ ਧਰਤੀ ਭ੍ਰਿਸ਼ਟੀ ਜਾਂਦੀ, ਪਲੀਤ ਹੋ ਜਾਂਦੀ, ਪਵਿੱਤਰ ਹੋ ਜਾਂਦੀ। ਕਹਿਣਾ ਕੀਤਾ ਉਹ ਬਰਮਾ ਦਾ ਪੁੱਤਰ ਨਾਰਦ ਇੱਥੇ ਬੈਠਾ ਸੀ। ਉਹਦੇ ਇੱਥੇ ਬੈਠਣੇ ਕਰਕੇ ਸਭਾ ਗਜ ਜਿਹੜੀ ਧਰਤੀ ਪਲੀਤ ਹੋ ਚੁੱਕੀ ਹੈ, ਅਪਵਿੱਤਰ ਹੋ ਚੁੱਕੀ ਹੈ। ਅਸੀਂ ਅਪਵਿੱਤਰ ਹੋ ਚੁੱਕੀ ਮਿੱਟੀ ਨੂੰ ਇਸ ਥਾਂ ਤੋਂ ਪੱਟ ਕੇ ਦੂਰ ਦਰੇਡੇ ਲਿਜਾ ਰਹੇ ਹਾਂ ਔਰ ਦੂਰ ਦਰੇਡਿਓਂ ਸਾਫ਼ ਤੇ ਸ਼ੁੱਧ ਮਿੱਟੀ ਲਿਆ ਕੇ ਫਿਰ ਇਸ ਥਾਂ ਤੇ ਪਾ ਰਹੇ ਹਾਂ। ਜਦੋਂ ਨਾਰਦ ਨੇ ਇਹ ਗੱਲ ਸੁਣੀ ਉਹਨਾਂ ਮਜ਼ਦੂਰਾਂ ਨੂੰ ਲੱਗਾ ਕਹਿਣ ਭਾਈ ਉਹ ਨਾਰਦ ਤਾਂ ਮੈਂ ਹੀ ਹਾਂ। ਇਹਨਾਂ ਮਜ਼ਦੂਰਾਂ ਨੇ ਦੋਵੇਂ ਜੁੜ ਕੇ ਬੇਨਤੀ ਕੀਤੀ ਭਰਾਵਾ ਇਹ ਤੂੰ ਛੇਤੀ ਚਲਾ ਜਾ, ਨਹੀਂ ਤੇ ਤੂੰ ਜਿੱਥੇ ਜਿੱਥੇ ਜਾਵੇਂਗਾ ਉੱਥੇ ਧਰਤੀ ਭ੍ਰਿਸ਼ਟੀ ਜਾਵੇਗੀ। ਇਹ ਸਤ ਸੰਗਤ ਦੇ ਬਹਿਣ ਵਾਲੀ ਥਾਂ ਹੈ। ਕਹਿਣਾ ਕੀਤਾ ਸਾਨੂੰ ਉਸ ਸਥਾਨ ਤੋਂ ਜਿਸ ਥਾਨ ਤੇ ਤੂੰ ਜਾਵੇਂਗਾ
ਮਿੱਟੀ ਪੱਟ ਕੇ ਦੂਰ ਦਰੇਡੇ ਸੱਟਣੀ ਪਵੇਗੀ ਔਰ ਸਾਫ਼ ਤੇ ਸ਼ੁੱਧ ਮਿੱਟੀ ਲਿਆ ਕੇ ਇਸ ਥਾਂ ਤੇ ਪਾਉਣੀ ਪਵੇਗੀ। ਖਾਲਸਾ ਜੀ ਐਵੇਂ ਨਹੀਂ, ਕਬੀਰ ਜੀ ਨੇ ਕਿਹਾ ਕਬੀਰ ਸਾਕਤ ਸੰਗ ਨਾ ਕੀਜੀਏ ਦੂਰੋਂ ਜਾਈਏ ਭਾਜ। ਜੇ ਵੇਖਿਆ ਨਾ ਸਾਕਤ ਤੁਰਿਆ ਹੁੰਦਾ, ਨਗੁਰਾ ਤੁਰਿਆ ਹੁੰਦਾ, ਕਹਿੰਦੇ ਨੇ ਉਹਦੀ ਸੰਗਤ ਤਾਂ ਕੀ ਕਰਨੀ, ਉਹਨੂੰ ਦੂਰੋਂ ਵੇਖ ਕੇ ਭੱਜ ਜਾਓ। ਉਹਦਾ ਦਰਸ਼ਨ ਤਾਂ ਕੀ ਕਰਨਾ, ਕਹਿੰਦੇ ਨੇ ਸਾਗਤ ਪੁਰਸ਼ ਦੀ ਤਾਂ ਪਰਛਾਈ ਵੀ ਬੁਰੀ ਹੈ, ਮਾਫ ਕਰਨਾ ਕਾਰੋ ਬਾਸਨ ਪਸੀ ਹੈ। ਅੱਗੇ ਕਹਿੰਦੇ ਨੇ ਜਿਵੇਂ ਕਾਲਖ ਨਾ ਭਰੇ ਬਰਤਨ ਨੂੰ ਹੱਥ ਟੱਚ ਕਰ ਜੇ ਤਾਂ, ਕੱਪੜੇ ਟੱਚ ਕਰ ਜਨ ਤਾਂ, ਕਾਲਖ ਨਾ ਭਰੇ ਬਰਤਨ ਨੂੰ ਹੱਥ ਟੱਚ ਕਰ ਜਨ ਤਾਂ, ਕੱਪੜੇ ਟੱਚ ਕਰ ਜਨ ਤਾਂ, ਕਹਿੰਦੇ ਕੁਝ ਨਾ ਕੋਈ ਕਾਲਖ ਲੱਗ ਜਾਇਆ ਕਰਦੀ। ਇਵੇਂ ਸਾਕਤ ਦੀ ਨਗੁਰੇ ਦੀ ਸੰਗਤ ਦਾ ਕੁਝ ਨਾ ਕੁਝ ਮਨ ਤੇ ਭੈੜਾ ਅਸਰ ਪੈ ਜਾਇਆ ਕਰਦਾ। ਗੁਰੂ ਘਰ ਦੇ ਵੇਦ ਵਿਆਸ ਭਾਈ ਗੁਰਦਾਸ ਜੀ ਜਿਨ੍ਹਾਂ ਦੀ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕੁੰਜੀ ਦੱਸਿਆ, ਆਪਣੀਆਂ ਵਾਰਾਂ ਦੇ ਵਿੱਚ ਦੱਸਦੇ ਨੇ, ਕਹਿੰਦੇ ਨੇ ਕਿ ਇੱਕ ਪਾਸੇ ਬੱਬਰ ਸ਼ੇਰ ਤੁਰਿਆ ਹੁੰਦਾ, ਇੱਕ ਪਾਸੇ ਕਹਿੰਦੇ ਨੇ ਸਪੋਜ ਕਰੋ, ਇੱਕ ਪਾਸੇ ਕਹਿੰਦੇ ਨੇ ਨਗੁਰਾ ਤੁਰਿਆ ਆਉਂਦਾ, ਇੱਕ ਪਾਸੇ ਬੱਬਰ ਸ਼ੇਰ ਤੁਰਿਆ ਹੁੰਦਾ। ਕਹਿੰਦੇ ਨੇ ਇੰਜ ਕਰਿਓ ਜੇ, ਕਹਿੰਦੇ ਨੇ ਸ਼ੇਰ ਦੇ ਮੂੰਹੇ ਭਾਵੇਂ ਪੈ ਜਾਓ ਪਰ ਨਗੁਰੇ ਦੇ ਮੱਥੇ ਨਾ ਲੱਗਿਓ। ਮਾਫ ਕਰਨਾ ਭਾਵੇਂ ਸ਼ੇਰ ਤੁਹਾਨੂੰ ਖਾ ਹੀ ਜਾਏ ਤਾਂ ਤੇ ਇੱਧਰ ਗੁਰੂ ਨਾਨਕ ਜੀ ਕਹਿੰਦੇ ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬਰਮੇ ਨਾਰ ਦੇ ਵੇਦ ਵਿਆਸੇ, ਕੋਏ ਖਾਲਸਾ ਜੀ ਨਗੁਰੇ ਦੀ ਮੁਕਤੀ ਤਾਂ ਕਿਤੇ ਰਹਿ ਗਈ। ਨਗੁਰੇ ਨੂੰ ਤਾਂ ਅਗਲਾ ਜਨਮ ਵੀ ਮਨੁੱਖਾ ਜਨਮ ਨਹੀਂ ਮਿਲਣਾ। ਸਾਧ ਸੰਗਤ ਸੋਚੋ, ਜੇ ਬਰਮਾ ਦੇ ਪੁੱਤਰ ਨਾਰਦ ਦੇ ਨਗੁਰੇ ਹੋਣ ਕਰਕੇ, ਜਿੱਥੇ ਬਰਮਾ ਦਾ ਪੁੱਤਰ ਨਾਰਦ ਬੈਠਦਾ, ਜੇ ਸਵਾ ਗਜ ਧਰਤੀ ਭ੍ਰਿਸ਼ਟੀ ਜਾਂਦੀ ਹੈ। ਆਪਾਂ ਸੋਚੀਏ ਜੇ ਆਪਾਂ ਨਗੁਰੇ ਆ ਕਿ ਜਿਸ ਥਾਂ ਤੇ ਆਪਾਂ ਬੈਠਦੇ ਉੱਥੇ ਸਵਾ ਗਜ ਧਰਤੀ ਪਵਿੱਤਰ ਹੋ ਜਾਂਦੀ? ਨਹੀਂ, ਅਪਵਿੱਤਰ ਹੋ ਜਾਂਦੀ। ਤਦੇ ਗੁਰੂ ਜੀ ਕਿਉਂ ਕਹਿ ਰਹੇ, ਬਿਨਾ ਗੁਰਾਂ ਦੇ ਗਿਆਨ ਨਾ ਹੋਏ, ਪੁੱਛੋ ਬਰਮੇ ਨਾਰਦੇ ਨੂੰ, ਪੁੱਛੋ ਬਰਮੇ ਨਾਰਦੇ ਨੂੰ, ਬਿਨਾ ਗੁਰਾਂ ਦੇ ਮੁਕਰ ਨਾ ਹੋਏ।
ਬੰਦੇ ਨਾਗੇ ਨੂੰ ਬਿਨਾਂ ਕੁਰਾਨ ਦੇ ਗੁਰਬਿਨ ਗਿਆਨ ਨਾ ਹੋਏ ਪੁੱਛੋ ਬਰਮੇ ਨਾਰ ਦੇ ਵੇਦ ਵਿਆਸੇ ਕੋਈ ਪਹੁੰਚੋ ਸ਼੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤਖਤਾਂ ਤਾਜਾਂ ਦੇ ਮਾਲਕ ਫੌਜਾਂ ਦੇ ਜਰਨੈਲ ਸਤਿਗੁਰੂ ਸ਼੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਰੂਹਾਨੀ ਦਰਬਾਰ ਲੱਗੇ ਹੋਏ ਹਨ। ਸਾਧ ਗਰਮੀਆਂ ਦੇ ਦਿਨ ਰਾਗੀ ਕੀਰਤਨ ਕਰਨ ਜਲ ਪਾਣੀ ਦੀ ਸੇਵਾ ਕਰਨ ਵਾਲੇ ਸੇਵਾਦਾਰ ਜਲ ਪਾਣੀ ਦੀ ਜੋੜਿਆਂ ਦੀ ਸੇਵਾ ਕਰਨ ਵਾਲੇ ਸੇਵਾਦਾਰ ਜੋੜਿਆਂ ਦੀ ਗੁਰੂ ਕੇ ਲੰਗਰਾਂ ਵਿੱਚ ਸੇਵਾ ਕਰਨ ਵਾਲੇ ਸੇਵਾਦਾਰ ਗੁਰੂ ਕੇ ਲੰਗਰਾਂ ਦੀ ਪੱਖਾ ਝੱਲਣ ਵਾਲੇ ਸੇਵਾਦਾਰ ਪੱਖੇ ਦੀ ਸੇਵਾ ਕਰਨ ਜਿਵੇਂ ਕਰੋੜਾਂ ਚਕੋਰਾਂ ਚੰਦਰਮਾ ਵੱਲ ਝਾਕਣਾ ਬੰਦ ਨਹੀਂ ਕਰਦੀ। ਗਰਦਨ ਭਾਵੇਂ ਮੁੜ ਜਾਏ ਗਰਦਨ ਭਾਵੇਂ ਟੁੱਟ ਜਾਏ ਇਸ ਗੱਲ ਦੀ ਫਿਕਰ ਨਹੀਂ ਚਿੰਤਾ ਨਹੀਂ ਪ੍ਰਵਾਹ ਨਹੀਂ। ਇਸ ਤਰ੍ਹਾਂ ਗੁਰੂ ਕੇ ਸਿੱਖਾਂ ਨੇ ਗੁਰੂ ਸਰੂਪ ਦਾ ਧਿਆਨ ਧਰਿਆ ਹੋਇਆ ਹੈ। ਗੁਰੂ ਕੀ ਸੰਗ ਸੰਸਾਰ ਤੇ ਸਦਾ ਕਿਸੇ ਨੇ ਰਹਿਣਾ ਨਹੀਂ ਸਦਾ ਰਿਹਾ ਨਹੀਂ। ਵੈਸੇ ਵੀ ਅਸੀਂ ਇਸ ਸਰੀਰ ਨੂੰ ਰੱਖ ਨਹੀਂ ਸਕਦੇ। ਸਾਡਾ ਬਚਪਨ ਸਾਡੇ ਕੋਲ ਨਹੀਂ ਰਿਹਾ ਅਸੀਂ ਆਪਣੀ ਜਵਾਨੀ ਆਪਣੇ ਕੋਲ ਨਹੀਂ ਰੱਖ ਸਕੇ। ਜਿੱਥੇ ਜਵਾਨੀ ਕੋਲ ਨਹੀਂ ਰਹੀ ਬਚਪਨ ਕੋਲ ਨਹੀਂ ਰਿਹਾ ਉੱਥੇ ਸਾਡਾ ਬੁਢਾਪਾ ਵੀ ਸਾਡੇ ਕੋਲ ਨਹੀਂ ਰਹਿਣਾ। ਕਿਸੇ ਨੂੰ ਕਹੋ ਨਾਮ ਜਪੋ ਭਜਨ ਕਰੋ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਕਹਿੰਦੇ ਹਨ ਇੱਕੋ ਹੀ ਜਵਾਬ ਮਿਲਦਾ ਬੜੀ ਜ਼ਿੰਦਗੀ ਪਈ ਹੈ ਅਜੇ ਤਾਂ ਖਾਣ ਪੀਣ ਦਾ ਵੇਲਾ ਹੈ। ਖਾਲਸਾ ਜੀ ਬੜਾ ਸਮਾਂ ਪਿਆ ਹੈ ਜਪ ਲਾਂਗੇ ਨਾਮ ਛਕ ਲਾਂਗੇ ਅੰਮ੍ਰਿਤ ਜਦੋਂ ਕਿ ਅੰਮ੍ਰਿਤ ਛਕਣ ਤੋਂ ਬਿਨਾਂ ਸਿੱਖਣ ਗੁਰਾ ਹੈ। ਸਾਧ ਸੰਗੇ ਜੀ ਦੇਖੋ ਨਾਮ ਜਪੋ ਭਜਨ ਕਰੋ ਸਿਮਰਨ ਕਰੋ। ਖਾਲਸਾ ਜੀ ਕਹਿੰਦੇ ਨੇ ਬੜੀ ਜ਼ਿੰਦਗੀ ਪਈ ਹੈ ਛਕ ਲਾਂਗੇ ਅੰਮ੍ਰਿਤ ਜਪ ਲਾਂਗੇ ਨਾਮ। ਕਿੱਥੇ ਪਈ ਜ਼ਿੰਦਗੀ ਸੋਚੋ ਵਿਚਾਰੋ ਤਾਂ ਸਹੀ ਹੈ। ਕਿਸੇ ਬੰਦੇ ਕੋਲ ਜ਼ਿੰਦਗੀ ਦੀ ਗਰੰਟੀ ਜੀਵਨ ਦੀ ਗਰੰਟੀ ਹੈ? ਕਈ ਮਾਂ ਦੇ ਗਰਭ ਵਿੱਚ ਹੀ ਮਰ ਜਾਂਦੇ ਨੇ ਕਿੱਥੇ ਹੈ ਜ਼ਿੰਦਗੀ। ਕਈ ਜਨਮ ਲੈਣ ਸਮੇਂ ਚਲੇ ਜਾਂਦੇ ਨੇ ਕਿੱਥੇ ਹੈ ਜ਼ਿੰਦਗੀ। ਕਈ ਕੁਝ ਸਕਿੰਟਾਂ ਕਈ ਕੁਝ ਮਿੰਟਾਂ ਕਈ ਕੁਝ ਘੰਟਿਆਂ ਕਈ ਕੁਝ ਦਿਨਾਂ ਦੇ ਹੋ ਕੇ ਚਲੇ ਜਾਂਦੇ ਨੇ ਕਈ ਕੁਝ ਮਹੀਨਿਆਂ ਦੇ ਕਈ ਕੁਝ ਸਾਲਾਂ ਦੇ ਹੋ ਕੇ ਚਲੇ ਜਾਂਦੇ ਨੇ। ਫਿਰ ਵੀ ਵਿਚਾਰ ਕੇ ਦੇਖ ਲਓ ਬਚਪਨ ਨੂੰ ਜਵਾਨੀ ਨੇ ਖਾ ਜਾਣਾ ਪਰ ਜ਼ਰੂਰੀ ਨਹੀਂ ਜਵਾਨੀ ਆਵੇ। ਕਈਆਂ ਤੇ ਜਵਾਨੀ ਆਉਂਦੀ ਨਹੀਂ ਜਵਾਨੀ ਨੂੰ ਬੁਢਾਪੇ ਨੇ ਖਾ ਜਾਣਾ ਹੈ। ਇਹ ਵੀ ਜ਼ਰੂਰੀ ਨਹੀਂ ਬੁਢਾਪਾ ਆਵੇ ਕਈਆਂ ਤੇ ਬੁਢਾਪਾ ਆਉਂਦਾ ਹੀ ਨਹੀਂ। ਫਿਰ ਵੀ ਸਾਧ ਸੰਗ ਬਚਪਨ ਤੋਂ ਜਵਾਨੀ ਜਵਾਨੀ ਤੋਂ ਬੁਢਾਪਾ ਉਦੋਂ ਬਾਅਦ ਤਾਂ ਮੌਤ ਦੇ ਦਰਵਾਜ਼ੇ ਹਰ ਪ੍ਰਾਣੀ ਮਾਤਰ ਵਾਸਤੇ ਖੁੱਲੇ ਹਨ। ਕੁਦਰਤ ਨੇ ਦੁਨੀਆ ਤੇ ਐਸਾ ਕੋਈ ਪੈਦਾ ਨਹੀਂ ਕੀਤਾ। ਗੁਰੂ ਕੀ ਸੰਗਤ ਜੋ ਸਰੀਰ ਵਿੱਚ ਆ ਕੇ ਸਦਾ ਸੰਸਾਰ ਤੇ ਰਹਿ ਗਿਆ ਕਿੱਥੇ ਗਏ ਵੱਡੇ ਵਡੇਰੇ ਹੈ ਕਿੱਥੇ ਗਏ ਵੱਡੇ ਵਡੇਰੇ ਫਰੀਦਾ ਕਿੱਥੇ ਤੇਡੇ ਮਾਪਿਆਂ ਜਿੰਨੀ ਤੂੰ ਜਣਿਓ ਤੈ ਪਾਸੋਂ ਕੋ ਲੱਦ ਗਏ ਤੂੰ ਅਜੇ ਨਾ ਪਤੇਣਿਓ ਕਿੱਥੇ ਚਲੇ ਗਏ। ਇਹਨੀ ਨੈਣੀ ਦੇਖਦੇ ਆ ਕਿੱਤੀ ਚੱਲ ਗਈ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ ਜੋ ਉਪਜੋ ਸੋ ਬਿਨਸ ਹੈ। ਪਰ ਆਜ ਕੇ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਰ। ਜਿਨ੍ਹਾਂ ਵਾਸਤੇ ਬੰਦਾ ਮਰਦਾ ਹੈ ਗੁਰੂ ਕੀ ਸੰਗਤ ਇੱਕ ਟੰਗ ਤੁਝ ਦੇਖਦਾ ਚੱਲੇ ਨਹੀਂ ਤੇਰੇ ਨਾਲੇ। ਇਹਨਾਂ ਦਾ ਇਹਦੇ ਨਾਲ ਨਹੀਂ ਆ ਨਾ ਇਹਦਾ ਜਨਮ ਤੋਂ ਪਹਿਲਾਂ ਕਿੱਥੇ ਸਨ। ਜਿਨ੍ਹਾਂ ਨੂੰ ਆਪਣੇ ਸਮਝ ਬੈਠਾ ਹੈ ਜਨਮ ਤੋਂ ਪਹਿਲਾਂ ਕਿੱਥੇ ਸਨ ਇਹ ਕਿੱਥੇ ਸੀ। ਮਰਨ ਤੋਂ ਬਾਅਦ ਇਹ ਕਿੱਥੇ ਹੋਣਗੇ ਅਸੀਂ ਕਿੱਥੇ ਹੋਵਾਂਗੇ। ਜੇ ਕਿਸੇ ਨੂੰ ਕਹੀ ਅੰਮ੍ਰਿਤ ਛਕ ਲਓ ਕਈ ਬਜ਼ੁਰਗ ਤਾਂ ਕਹਿੰਦੇ ਨੇ ਅੱਗੇ ਜਾ ਕੇ ਛਕਣਾ। ਅੱਗੇ ਹੁਣ ਧਰਮ ਰਾਜਾ 5 ਪਿਆਰੇ ਨਹੀਂ ਲੈ ਕੇ ਬੈਠਾ 2 ਡਾਂਗਾਂ ਵਾਲੇ ਲੈ ਕੇ ਬੈਠਾ 2 ਡਾਂਗਾਂ ਵਾਲੇ ਲੈ ਕੇ ਬੈਠਾ ਔਰ ਬੜਾ ਵੱਡਾ ਜੁੱਤਾ ਰੱਖਿਆ ਬਹੁਤ ਵੱਡਾ ਜੁੱਤਾ। ਉਹ ਜੁੱਤਾ ਵੀ ਪਤਾ ਨਹੀਂ ਕਿੰਨਾ ਕੁ ਲੰਬਾ ਜਦ ਪੈਂਦਾ ਫੇਰ ਪਤਾ ਲੱਗੂਗਾ ਵੀ। ਪੁੱਛਿਆ ਸੀ ਨਾ ਕਬੀਰ ਜੀ ਨੂੰ ਕਿਸੇ ਮੌਕੇ ਕਾਸ਼ੀ ਦੇ ਰਹਿਣ ਵਾਲੇ ਆਪ ਜੀ ਦੇ ਸ਼ਰਧਾਲੂਆਂ ਨੇ ਬਾਬਾ ਜੀ ਸੁਣਿਆ ਕਿ ਜਦੋਂ ਬੰਦਾ ਮਰਨ ਲੱਗਦਾ ਹੈ ਇਹਦਾ ਜੋ ਵਕਤ ਆਖਰ ਆਉਂਦਾ ਹੈ ਇਹਨੂੰ ਲੈਣ ਵਾਸਤੇ ਜੰਮ ਆਉਂਦੇ ਨੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ ਕਿਤੇ ਮੇਰੀ ਗੱਲ ਨਾ ਸਮਝ ਲਓ ਖਾਲਸਾ ਜੀ ਕਹੋ ਆਪਾਂ ਗੁਰੂ ਦੀ ਗੱਲ ਕਰਨ ਵਾਸਤੇ ਗੁਰੂ ਦੀ ਗੱਲ ਸੁਣਨ ਵਾਸਤੇ ਇਕੱਠੇ ਹੋਏ। ਪੁੱਛਿਆ ਸੀ ਬਾਬਾ ਜੀ ਸੁਣਿਆ ਕਿ ਜਦੋਂ ਬੰਦਾ ਮਰਨ ਲੱਗਦਾ ਇਹਦਾ ਰੋਜ਼ੇ ਕਿਆਮਤ ਦਾ ਦਿਨ ਜਿਹਨੂੰ ਮੌਤ ਦਾ ਦਿਹਾੜਾ ਦੱਸਿਆ ਵਕਤੇ ਆਖਰ ਵੀ ਕਹਿ ਦਿੰਦੇ ਨੇ ਸੁਣਿਆ ਕਿ ਇਹਨੂੰ ਲੈਣ ਵਾਸਤੇ ਜੰਮ ਆਉਂਦੇ ਨੇ ਜੰਮ। ਬਾਬਾ ਜੀ ਸੁਣਿਆ ਕਿ ਮਨਮੁਖ ਬੰਦੇ ਨੂੰ ਨਗੋਰੇ ਨੂੰ ਲੈਣ ਵਾਸਤੇ ਜੰਮ ਆਉਂਦੇ ਨੇ। ਸੁਣਿਆ ਕਿ ਉਹ ਜਮਾਂ ਦੀ ਮਾਰ ਬੜੀ ਕਰੜੀ
कितनी की करड़ी है, कितनी की डाढ़ी है, कृपा करके दसना करो। उस मौके कबीर जी ने ऐ श्लोक उच्चारण किया, आख्या ओहो बल्ले बल्ले, कबीर जम का ठेंगा बुरा। अभी अपनी बोली च लाठी कह देने, हंटर कह देने। कबीर जी ने उस इलाके की बोली हंटर शब्द की वरतों की है। कबीर जम का ठेंगा बुरा है। जिवें किसी नूं कोई चोरी करदे नूं पुलिस फड़ लवे, जां किसी दा घर लुटदे नूं पुलिस फड़ लवे, ਉਹ मार पिटाई ना करती है ना, तो फिर मार पिटाई खा के लोग कहते भी बड़ा करदा निकलिया, भी मार सह गया, मार सह गया, पीता घर निकलिया, भावें चोरी करता फड़े गया। पर इत्थे कबीर जी कहते हैं कि जमा की मार इन्नी करड़ी है कि वह सही जा ही नहीं सकती। इन्नी करड़ी मार है कबीर जम का ठेंगा बुरा है, वो नहीं सहया जाए। संत महाराज राणा साहब बाबा जी दस दिंदे सन कि नुगुरे पुरुष नूं मरन लगिया इन्ना दुख हुंदा, इन्ना दुख जिवें किसी नूं 100 बिच्छू इकट्ठा ही दस जे, 100 बिच्छू इकट्ठा ही डंग मार देवे, इहदे नालों कई गुणा ज्यादा। जां 100 तलवार इकट्ठी करके 100 तलवार दा यकदम इकट्ठा वार कर दिता जावे, माफ करना इहदे नालों कहते हैं कि 1000 गुणा यारा मरण लग्या नुगुरे साख्त पुरुष नूं, मनमुख पुरुष नूं डर लग्या करदा, माफ करना ज्यादा दुख लग्या करदा है। इधर कबीर जी खालसा जी अपने श्रद्धालुओं नूं क्यों उपदेश दे रहे हो, प्रेमियों तुसीं की पुछ बैठे हो, सुन लो, जे पुछी बैठे हो तां आप त्रिकाल त्रदर्शी होए ने। खालसा जी क्यों कह रहे हैं त्रिकाल त्रदर्शी? ओनूं कहंदे ने जिन्नू होए दा, बीते दा, चल रहे दा, कह लो आने वाले समय का ज्ञान होवे, पिछे की हो गया, हुण की है, अगे की है, ओनू त्रिकाल त्रदर्शी कहंदे ने। उस मौके कबीर जी यूं कह रहे हैं, चली जानी ना जमा दी बुरी मार ओ मना, चली जानी ना जमा दी बुरी मार ओ मना, चली जानी ना जिवें बाबा फरीद जी फरमाउंदे ने, जद कहंदे मार पैंदी ना के मौते दा बंदा इवें दिता चुगरी आवे, अगे दो जित पतिया कुड़ियां हूर पहाड़ो, अगे कहंदे दोजक कहंदे नरक नूं, नरक तो भी बड़ा दुख दोजक दा। फरीद जी कहंदे ने कि अगे दोजक दे विच नरकी जीव ने जिहड़े जदों उन्होंने मार पैंदी है, अगे दोजक तपिया सुणीए, माफ करना उस कहंदे ने कुक्कां पैंदियां उत्ते, कुक्कां पैंदियां, कुक्कां पैंदियां, कुक्कां पैंदियां,
जिन्हां नूं सोच नहीं आई कहंदे खाओ पियो करो आनंद ਇਹ जग मिठा ते अगला किन डिठा कई कहंदे ने अग्गा किने वेखिया पिछा किने वेखिया खालसा भी जन्म तों पहला किथे सां मरण तों बाद किथे जाना कदी सोचिया है किसे नूं पता मरण तों बाद किथे होवांगे जिन्हां ने अग्गा वेखिया भूत भविख ते वर्तमान दे ज्ञाता सतगुरु गुरु अर्जन देव महाराज बंचन कारण ने करता नहीं समा थोड़ा सुन लो फिर भी लाह कट लो जिन्होंने अग्गा वेख्या गुरु साहब दसदे ने करू बनंती सुनांदे रंगीता संत टहल की बेला कीना काट आगे बदन करेला इन अग्गा वेख्या कारण ने अगे चल पिछे क्यों चलता अगे चल एक दिन मां दे गर्भ उल्टा लटकदा था मकर मुख तड़ा पैर ऊपरों बसंदलो पहुंचने थाए नानक सोच धरी की विस्तारी है उधर जिस दिन नाए जन्म लिया बचपन आया बचपन तो जवानी वाल वधिया अगे चल माफ करना जवानी तू जवानी बुढ़ापे के रूप में बदल गई अजे तेन अगा नजर नहीं आता वेख परीता जी दिया सारी होई फूल अगो लेना वो पिछा रह गया फरीद जी कहते ने आह खालसा जी जिन्होंने सोची नहीं कहते ने खाओ पियो करो आनंद ये जग मिठा ते अगला किन डिठा पर माफ करना खालसा जी जिवें कोई चोर किसी घर चोरी करने वास्ते जाता है जिन्हें च चोर घर जाता चोर घर का मालक होंदा क्योंकि घर के सारे सुते होंदे ने कहो वाहिगुरू पर जो चोर चोरी करते फड़िया जाए तो चोर की किहो जी हालत होंदी आप सारे जानते हैं ना जानते नहीं इस तरह जिन्ने चर सानू शरीर मिलिया सी ते शरीर के मालक हां भावें शराबा पी लीए भावें चोरियां कर लीए भावें माड़े कर्म कर लीए अपने शरीर के मालक का जिन्हें चर शरीर च सुवास चलते ने एक दिन हाल साडा भी उस चोर वाला होना जेड़ा चोरी करता पड़े जाए क्योंकि शरीर खालसा नहीं सदा साडे कोल नहीं रहना आहा प्रीत जी कहते ने एक दिन पर फौजी आई एक फिरदे बे एक बेप्रवाह फिरदे ने फरीदा अमर जी कीते दुनी विच और तेरे कीते चंगे काम सरगे आउणे काम अमल जो करदा अमल जो करदा सरगे आउणे काम अमल जो करदा अमल जो करदा
ਦਾ ਇਲਾਕਾ ਖਾਲਸਾ ਜੀ ਦਾਨੇਵਾਲ ਪਿੰਡ ਦੇ ਰਹਿਣ ਵਾਲਾ ਭਾਈ ਦੰਨ ਖਾਲਸਾ ਦੀ ਕਲਗੀਆਂ ਵਾਲੇ ਪਾਤਸ਼ਾਹ ਦਾ ਆਉਣਾ ਸੁਣ ਕੇ ਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ। ਇੱਕ ਇੱਕ ਗੱਲ ਨੂੰ ਸਮਝਾਉਣ ਲੱਗਿਆ, ਕਈ ਦਲੀਲਾਂ ਦੇਣੀਆਂ ਪੈਂਦੀਆਂ। ਇਹ ਸਿਰ ਤੋਂ ਰੋਡਾ ਸੀ, ਸਿਰ ਤੋਂ ਮੋਨਾ ਸੀ, ਮੂੰਹ ਤੇ ਦਾੜਾ ਸੀ। ਇਹਦੇ ਪਿਛਲੇ ਕਰਮ ਚੰਗੇ ਜਾ ਕੇ ਖਾਲਸਾ ਜੀ ਚੰਗੇ ਕਰਮਾਂ ਤੋਂ ਬਿਨਾਂ ਗੁਰੂ ਸ਼ਰਨ ਪ੍ਰਾਪਤ ਨਹੀਂ ਹੋ ਸਕਦੀ। ਬੰਦਨਾ ਹਰ ਬੰਦਨਾ ਗੁਰ ਲਾਵੋ ਗੋਪਾਲ ਰਾਏ ਵੱਡੇ ਬਾਟ ਕੇ ਗੁਰੂ ਦੇਵਾ ਕੋਟ ਬਰਾਤ। ਇਸ ਇਲਾਕੇ ਦਾ ਰਾਜ ਸੀ। ਜਦੋਂ ਕੋਈ ਤਤਪੁਰਸ਼ ਮਹਾਂਪੁਰਸ਼ ਇਸ ਇਲਾਕੇ ਵਿੱਚ ਆਉਂਦਾ, ਹਰ ਆਏ ਮਹਾਂਪੁਰਸ਼ ਦੇ ਚਰਨਾਂ ਵਿੱਚ ਇੱਕ ਲੁੰਗੀ ਇੱਕ ਖੇਤ ਤੇ ਇੱਕ ਗੁੜ ਦੀ ਭੇਲੀ ਰੱਖ ਕੇ ਨਾ, ਇੱਕ ਲੁੰਗੀ ਇੱਕ ਖੇਤ ਇੱਕ ਗੁੜ ਦੀ ਭੇਲੀ 21 ਰੁਪਏ ਰੱਖ ਕੇ ਸਤਿਕਾਰ ਕੀਤਾ ਜਾਂਦਾ। ਗੁਰੂ ਜੀ ਦੇ ਦਰਸ਼ਨ ਕਰਨ ਸਮੇਂ ਭਾਈ ਦਾਨਾ ਇਹ ਸਾਰੀਆਂ ਵਸਤੂਆਂ ਗੁਰੂ ਜੀ ਦੇ ਚਰਨਾਂ 'ਚ ਰੱਖ ਕੇ ਮੱਥਾ ਟੇਕਿਆ, ਨਮਸਕਾਰ ਕੀਤੀ, ਬੇਨਤੀ ਕੀਤੀ, ਕਲਗੀਆਂ ਵਾਲਿਆ ਬੜੀ ਕਿਰਪਾ ਕੀਤੀ, ਸਾਡੇ ਇਲਾਕੇ ਦੇ ਚਰਨ ਪਾਏ ਨੇ। ਚਰਨ ਕੀ ਪਾਏ ਨੇ? ਮਾਨਵ ਧਰਤੀ ਦੇ ਸੁੱਤੇ ਕਰਮ ਜਗਾਤੇ ਨੇ। ਗੁਰੂ ਜੀ ਨੇ ਭਾਈ ਦਾਨੇ ਨੂੰ ਜੀ ਆਇਆ ਕਹਿਣਾ ਕੀਤਾ, ਮਾਗਰ ਮੈਂ ਦੀ ਸ਼ਰਧਾ ਪੂਰੀ ਕਰਨ ਵਾਸਤੇ ਗੁਰੂ ਜੀ ਨੇ ਥੋੜਾ ਜਿਹਾ ਗੁੜ ਤੋੜ ਕੇ ਨਾ ਗੁੜ ਦੀ ਭੇਲੀ ਨੂੰ ਮੂੰਹ 'ਚ ਪਾ ਲਿਆ। ਭਾਈ ਦਾਨੇ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ। ਗੁਰੂ ਜੀ ਲੱਗੇ ਦਾਨੀਆਂ ਕਿਰਪਾ ਚਾਹੁੰਦਾ, ਗਰੀਬ ਨੂੰ ਕਿਰਪਾ ਚਾਹੁੰਦਾ, ਤਾਂ ਹੀ ਤੇ ਬੇਨਤੀ ਕੀਤੀ ਹੈ। ਅਯੂਰ ਲੱਗੇ ਦਾਨੀਆਂ ਦੇ ਘਰ ਮਾਰ ਤੇ ਸ਼ਰਾਬ ਛੱਡ ਕੇ ਨਾ ਸਾਡੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈ। ਇਹਨੇ ਆਖਿਆ ਪਾਤਸ਼ਾਹ ਜਿਹੜਾ ਅੰਮ੍ਰਿਤ ਛਕਦਾ ਕੀ ਬਖਸ਼ਿਸ਼ ਕਰਦਾ? ਗੁਰੂ ਜੀ ਲੱਗੇ ਦਾਨੀਆਂ ਜਿਹੜਾ ਅੰਮ੍ਰਿਤ ਛਕਦਾ ਨਾ ਮੇਰਾ ਹੋ ਜਾਂਦਾ, ਜਿਹੜਾ ਮੇਰਾ ਹੋ ਜਾਂਦਾ ਹੈ। ਸਿੱਖ ਨਰਕ ਨਾ ਚਾਹੇ ਗੁਰਾਂ ਦਾ, ਸਿੱਖ ਨਰਕ ਨਾ ਚਾਹੇ, ਸਿੱਖ ਨਰਕ ਨਾ ਜਾਏ, ਸਿੱਖ ਨਰਕ ਨਾ ਜਾਏ। ਸਿੱਖ ਨਰਕ ਨਾ, ਸਿੱਖ ਨਰਕ ਨਾ ਜਾਏ, 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 ਸਿੱਖ ਨਰਕ ਨਾ ਜਾਏ। ਜਿਹੜਾ ਮੇਰੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈਂਦਾ ਮੇਰਾ ਬਣ ਜਾਂਦਾ, ਜਿਹੜਾ ਮੇਰਾ ਬਣ ਜਾਂਦਾ ਫਿਰ ਗੁਰ ਕਾ ਸਿੱਖ ਨਰਕ ਨਾ ਜਾਏ। ਆਖਿਆ ਦਾਨੀਆਂ ਜੇ ਅੰਮ੍ਰਿਤ ਛਕ ਕੇ ਮੇਰੇ ਸਿੱਖ ਦੇ ਕੋਲੋਂ ਕੋਈ ਸੁਦੇ ਸਿਰ ਗਲਤੀ ਹੋ ਜਾਏ, ਐਡੀ ਵੱਡੀ ਰਿਆਇਤ ਦਿੱਤੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਕਹੋ ਵਾਹਿਗੁਰੂ। ਗੁਰੂ ਜੀ ਲੱਗੇ ਕਹਿਣਾ ਦਾਨੀਆਂ ਸਿੱਖ ਭੁੱਲਣਹਾਰ ਹੈ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਦਾਨੀਆਂ। ਜੇਕਰ ਮੇਰੇ ਸਿੱਖ ਗੁਰੂ ਅੰਮ੍ਰਿਤ ਛਕ ਕੇ ਕੋਈ ਸੁਦੇ ਸਿਰ ਗਲਤੀ ਹੋ ਜਾਏ, ਗਲਤੀਆਂ ਦੋ ਕਿਸਮ ਦੀਆਂ ਨੇ, ਕਿ ਜਾਣ ਬੁੱਝ ਕੇ ਗਲਤੀਆਂ ਕਰਨੀਆਂ, ਜਿਹੜੀਆਂ ਜਾਣ ਬੁੱਝ ਕੇ ਕਰਦੇ ਹੋ ਤੇ ਮਾਫ ਨਹੀਂ ਹੋਣੀਆਂ, ਪਰ ਸੁਦੇ ਸਿਰ ਜਿਹੜੀ ਅਚਨਚੇਤ ਗੁਰੂ ਜੀ ਲੱਗੇ ਕਰਦਾਨੀਆਂ ਜੇ ਮੇਰੇ ਸਿੱਖ ਕੋਲ ਕੋਈ ਸੁਦੇ ਸਿਰ ਗਲਤੀ ਹੋ ਜਾਏ ਨਾ, ਉਹ ਮੇਰਾ ਸਿੱਖ ਜਿਹਦੇ ਕੋਲੋਂ ਅੰਮ੍ਰਿਤ ਛਕ ਕੇ ਸੁਦੇ ਸਿਰ ਕੋਈ ਗਲਤੀ ਹੋ ਗਈ ਹੋਵੇ, ਇਹੋ ਜਿਹੇ ਸਿੱਖ ਨੂੰ ਮੈਂ 10,000 ਸਾਲ ਤੱਕ ਵਾਰ-ਵਾਰ ਸਿੱਖਾਂ ਦੇ ਘਰੇ ਜਨਮ ਦਿਆਂਗਾ ਕਿ ਮੇਰਾ ਸਿੱਖ ਹੁਣ ਵੀ ਰਹਿਤ ਮਰਿਆਦਾ 'ਚ ਪੂਰਾ ਉਤਰ ਕੇ ਮੇਰੇ ਕੋਲ ਆਵੇਗਾ। ਫਿਰ ਗੁਰੂ ਜੀ ਲੱਗੇ ਦਾਨੀਆਂ ਇਹਦੂ ਅੱਗੇ ਜੇ ਮੇਰੇ ਸਿੱਖ ਕੋਲ ਅੰਮ੍ਰਿਤ ਛਕ ਕੇ ਕੋਈ ਸੁਦੇ ਸਿਰ ਕੁਰੈਤ ਹੋ ਜਾਵੇ, ਕੁਰੈਤਾਂ ਵੀ ਦੋ ਕਿਸਮ ਦੀਆਂ ਨੇ, ਇੱਕ ਜਾਣ ਬੁੱਝ ਕੇ, ਦੂਜੀਆਂ ਸੁਦੇ ਸਿਰ। ਗੁਰੂ ਜੀ ਲੱਗੇ ਦਾਨੀਆਂ ਜੇ ਮੇਰੇ ਸਿੱਖ ਕੋਲ
सुधे दिल प्रैत हो जाए, जिद प्रैत करके मेरा सिख नरक नूं तुर जावे। दानिया जेकर किसी सुधे दिल क्रैत करके मेरा सिख नरक नूं तुर गया होवे ना, ਉਹ ਤੇ ਆਪਣੇ ਸਿੱਖ ਨੂੰ ਜਿਹਦੇ ਕੋਲ ਅੰਮ੍ਰਿਤ ਛਕ ਕੇ ਜਿਹਦੇ ਕੋਲ ਅੰਮ੍ਰਿਤ ਛਕ ਕੇ ਕੋਈ ਸੁਬੇ ਤੱਕ ਕਰਾਤ ਹੋ ਗਈ ਹੋਵੇ ਦਾਨੀਆਂ, ਇਹ ਸਿਰ ਤੋਂ ਮੋਨਾ ਦੀ ਮੂੰਹ ਤੇ ਦਾਣਾ ਸੀ ਗੁਰੂ ਦੀ ਲੱਗੇ ਕਿ ਦਾਨੀਆਂ ਜੇ ਸੁਬੇ ਤੱਕ ਕਰਾਤ ਕਰਕੇ ਮੇਰਾ ਸਿੱਖ ਨੂੰ ਨਰਕ ਨੂੰ ਤੁਰ ਜਾਵੇ ਨਾ, ਮੈਂ ਕੇਸਾਂ ਨੂੰ ਪਹਿਚਾਣ ਕੇ ਆਪਣੇ ਉਹ ਸਿੱਖ ਨੂੰ ਜਿਹਦੇ ਕੋਲ ਅੰਮ੍ਰਿਤ ਛਕ ਕੇ ਕੋਈ ਸੁਬੇ ਤੱਕ ਕਰਾਤ ਹੋ ਗਈ ਹੋਵੇ, ਆਪਣੇ ਸਿੱਖ ਨੂੰ ਨਰਕ ਚ ਫਸੇ ਨੂੰ ਕੇਸਾਂ ਤੋਂ ਫੜ ਕੇ ਬਾਹਰ ਖਿੱਚ ਲੈਣਾ। ਭਾਈ ਦਾਨਾ ਜਿਆਦਾ ਪੜ੍ਹਾਈ ਵੀ ਖਰਾਬ ਕਰਦੀ, ਪੜ੍ਹਿਆ ਲਿਖਿਆ ਸੀ, ਲੱਗਾ ਕਰ ਗਰੀਬ ਨਵਾਜ, ਜ਼ਰੂਰੀ ਕੇਸਾਂ ਤੋਂ ਫੜ ਕੇ ਬਾਹਰ ਕੱਢਣਾ, ਦਾਣੇ ਤੋਂ ਫੜ ਕੇ ਬਾਹਰ ਖਿੱਚ ਲਿਓ। ਗੁਰੂ ਜੀ ਲੱਗੇ ਕਹਣ ਦਾਨੀਆਂ ਮਨਮਤ ਕਰਦਾ ਯਾਦ ਰੱਖੀ, ਲੱਖ ਨਾਗਾ ਲੱਖ ਕਾਗਾ, ਜੇ ਤੂੰ ਸਾਡੇ ਖੰਡੇ ਬਾਤ ਦਾ ਅੰਮ੍ਰਿਤ ਨਾ ਚੱਕਿਆ, ਤੈਨੂੰ ਲੱਖਾਂ ਜਨਮ ਸੱਪਾਂ ਦੇ ਧਾਰਨ ਕਰਨੇ ਪੈਣਗੇ, ਲੱਖਾਂ ਜਨਮ ਕਾਵਾਂ ਦੇ ਧਾਰਨ ਕਰਨੇ ਪੈਣਗੇ। ਚੱਕਰ ਲੱਗੇ ਚੱਕਰੀ ਨਾਲੇ ਕਾਰਨ ਨਾ ਕਰੇ ਉਹ ਖਸਮ ਨਾ ਪਾਏ। ਭਾਈ ਦਾਨਾ ਲੱਗਾ ਕਰ ਗਰੀਬ ਨਵਾਜ, ਮੇਰੇ ਮਨ ਦਾ ਇੱਕ ਸ਼ੰਕਾ ਹੈ, ਸ਼ੰਕਾਵਾਦੀ ਪੁਰਸ਼ ਦਾ ਮਨ ਮੇਰਾ ਆਇਆ ਕਰਦਾ। ਮਾਰੇ ਕਿਰਪਾ ਕਰਕੇ ਦੱਸੋ ਵੀ ਤੁਸੀਂ ਕਹਿੰਦੇ ਹੋ ਕਿ ਜੇ ਕਿਤੇ ਸੁਧਰ ਤੇ ਕਰਾਤ ਕਰਕੇ ਮੇਰਾ ਸਿੱਖ ਨਰਕ ਨੂੰ ਚਲਾ ਜਾਏ, ਅਸੀਂ ਸਿੱਖ ਨੂੰ ਨਰਕ ਚ ਫਸੇ ਨੂੰ ਕੇਸਾਂ ਨੂੰ ਫੜ ਕੇ ਬਾਹਰ ਧੂ ਲੈਂਦੇ ਆ, ਖਿੱਚ ਲੈਂਦੇ ਆ। ਲੱਗਾ ਕਹਿਣ ਮਾਰੇ ਚ ਬੰਦਾ ਮਰਦਾ ਹੈ, ਮਾਫ ਕਰਨਾ हार जले जैसे लकड़ी का पूला, के जले जैसे घर का तूला। माफ करना कलगी वाले जो बंदा मरता है, शरीर इतने संस्कार हो जाता है, केस इतने सड़ जाते हैं। जब शरीर ही इतने सड़ गया, केस इतने संस्कार हो गए, कलगी वाले केड़े केस ने जिन्हें केसां नूं फड़ के नरक च फसे सिख नूं बाहर खिंचदे हो। गुरुदेव लगे कर दानिया मनमत करदा बोल तेन दिखाइए, फिर तेन केड़े केसां नूं फड़ के बाहर कढदे आ। आख्या दानिया नीट अखी, जदों भाई दाने ने अखी बंद कीतियां, इधर गुरु जी कह रहे जो चिरकाती मुनियन मार मुहे मुखाए। दानिया और सिर जिन्हां सिरां दे केस कैंचियां नाल कतल कीते जांदे ने, उन्हां सिरां दे उत्ते मुंगलियां मोहरियां दी मार पैंदी है। और सिर ऐ भन्ने जांदे ने जिवें अखरोट भज्जे ने। दाना दा मारा ही किवें हो सकदा, कह नीर रखी। जदों अखियां बंद कीतियां, गुरु जी ने नरक लोक दिखाते खालसा। की देखदा दाना जिन्हां सिरां दे केस नहीं सन कि ਉਹ ਸਿਰ ਐ ਭੰਨੇ ਹੋਏ ਨੇ ਜਿਵੇਂ ਕਾਤਾ ਦੀ ਕਰੋਟ ਭੰਨੀ ਦਾ। ਗੁਰੂ ਜੀ ਦੇ ਚਰਨਾਂ 'ਚ ਢਹਿ ਪਿਆ, ਕਲਗੀਆਂ ਮਾਰਿਆ ਕਰੋ ਕਿਰਪਾ, ਅਮਰ ਦੀ ਦਾਤ ਬਖਸ਼ੋ। ਤੇ ਗੁਰੂ ਜੀ ਕਹਿੰਦੇ ਤੈਨੂੰ ਅਮਰ ਛਕਣ ਦੀ ਕੀ ਲੋੜ ਹੈ? ਨਹੀਂ ਮਹਾਰਾਜ ਕਿਰਪਾ ਕਰੋ, ਸਤਿਗੁਰੂ ਪਾਤਸ਼ਾਹ ਦਇਆ ਦੇ ਘਰ 'ਚ ਆਏ, ਅਮਰ ਦੀ ਦਾਤ ਬਖਸ਼ੀ, ਅਮਰ ਦੀ ਦਾਤ ਬਖਸ਼ਦੇ ਨਾ। ਭਾਈ ਦਾਨ ਸਿੰਘ ਰੱਖਿਆ ਤੇ ਭਾਈ ਦਾ ਨਾ ਫੁੱਲਿਆ ਨਹੀਂ ਸਮਾਉਂਦਾ, ਔਰ ਵਾਰ-ਵਾਰ ਪੜੀ ਜਾਂਦਾ ਹੈ अमृत गोप पाया जिन्हें अमृत गोप पाया, अमृत गोप पाया, अमृत गोप पाया,
ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ, ਪਰ ਮਿਲਦਾ ਕਿਹਨੂੰ? ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਜਿਹਦੇ ਤੇ ਗੁਰੂ ਕਿਰਪਾ ਕਰਦੇ ਨੇ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ, ਸੱਚਾ ਮਨ ਵਸਾਇਆ। ਚੱਲੀ ਦੀ ਵਿਚਾਰ ਪਹੁੰਚੋ ਅਨੰਦਪੁਰ ਸਾਹਿਬ। ਰਾਗੀ ਕੀਰਤਨਕਾਰਾਂ ਨੇ, ਜਲ ਪਾਣੀ ਦੀ ਸੇਵਾ ਕਰਨ ਵਾਲੇ ਸੇਵਾਦਾਰ ਜਲ ਪਾਣੀ ਦੀ ਸੇਵਾ ਕਰ ਨੇ। ਹਜ਼ੂਰ ਗੁਰੂ ਕਲਗੀਧਰ ਪਾਤਸ਼ਾਹ ਜੀ ਨੂੰ ਪਿਆਸ ਲੱਗੀ, ਸੇਵਾਦਾਰ ਸਿੱਖ ਨੂੰ ਇਸ਼ਾਰਾ ਕੀਤਾ, ਇੱਕ ਜਲ ਦਾ ਗਲਾਸ ਲੈ ਕੇ ਆ। ਗੁਰੂ ਜੀ ਦਾ ਇਸ਼ਾਰਾ ਸਮਝਦੇ ਹੋਏ ਇੱਕ 15-16 ਸਾਲ ਦੀ ਉਮਰ ਦਾ ਨੌਜਵਾਨ ਗੱਭਰੂ ਉੱਠ ਖਲੋਤਾ ਹੈ। ਸਾਥ ਚਿੱਟੇ ਦੁੱਧ ਵਰਗੇ ਜਿਹਦੇ ਕੱਪੜੇ ਹਨ, ਹੱਥ ਬੜੇ ਪਿਆਰੇ ਪਿਆਰੇ ਹਨ, ਕੋਮਲ ਕੋਮਲ ਹਨ। ਵੇਖ ਤੂੰ ਇੰਜ ਪ੍ਰਤੀਤ ਹੁੰਦਾ ਜਿਵੇਂ ਇਹ ਬੱਚਾ ਕਿਸੇ ਬਹੁਤ ਅਮੀਰ ਘਰ ਦਾ ਹੋਵੇ। ਗੁਰੂ ਜੀ ਦਾ ਇਸ਼ਾਰਾ ਸਮਝਦੇ ਗੁਰੂ ਸਾਹਿਬ ਤੇ ਜਲ ਦਾ ਗਲਾਸ ਲੈ ਕੇ ਆਇਆ। ਹਜ਼ੂਰ ਨੇ ਇਹਦੇ ਹੱਥੋਂ ਜਲ ਦਾ ਗਲਾਸ ਫੜਦੇ ਹੋਏ ਪਕੜਦੇ ਹੋਏ ਪੁੱਛਣਾ ਕੀਤਾ, ਕਾਕਾ ਤੇਰੇ ਕੱਪੜੇ ਬੜੇ ਬਹੁਮੁੱਲੇ ਨੇ, ਵੇਖਣ ਤੂੰ ਪ੍ਰਤੀਤ ਹੁੰਦਾ ਜਿਵੇਂ ਤੂੰ ਕਿਸੇ ਬਹੁਤ ਧਨਾੜ ਘਰ ਦਾ ਬੱਚਾ ਹੋਵੇ। ਗੁਰੂ ਜੀ ਲੱਗੇ ਕਹਿਣ, ਕਾਕਾ ਤੇਰੇ ਹੱਥ ਬੜੇ ਕੋਮਲ ਕੋਮਲ ਨੇ, ਬੜੇ ਪਿਆਰੇ ਪਿਆਰੇ ਨੇ। ਇਹ ਦੱਸ ਤੂੰ ਇਹਨਾਂ ਹੱਥਾਂ ਨਾਲ ਕਦੇ ਸਾਧ ਸੰਗਤ ਦੇ ਝੂਠੇ ਬਰਤਨ ਮਾਂਜੇ ਹੋਣ, ਕਦੇ ਸਾਧ ਸੰਗਤ ਦੇ ਜੋੜਿਆਂ ਦੀ ਸੇਵਾ ਕੀਤੀ ਹੋਵੇ, ਕਦੇ ਤਾਂ ਗੁਰੂ ਘਰ ਤੋਂ ਪੱਕਾ ਚੱਲਿਆ ਹੋਵੇ ਜਾਂ ਕੋਈ ਹੋਰ ਹੀ ਸੇਵਾ ਕੀਤੀ ਹੋਵੇ। ਇਹਨੇ ਦੋਵੇਂ ਜੁੜ ਕੇ ਬੇਨਤੀ ਕੀਤੀ, ਗਰੀਬ ਨਵਾਜ਼ ਇਹਨਾਂ ਹੱਥਾਂ ਨਾਲ ਸਾਧ ਸੰਗਤ ਦੇ ਬਰਤਨ ਮਾਂਜਣੇ ਤਾਂ ਬੜੀ ਦੂਰ ਦੀ ਗੱਲ ਹੈ। ਸਾਧ ਨੂੰ ਪੱਕਾ ਚੱਲਣਾ, ਸਾਧ ਸੰਗਤ ਦੇ ਜੋੜਿਆਂ ਦੀ ਸੇਵਾ ਕਰਨੀ, ਇਹ ਤਾਂ ਬੜੀ ਦੂਰ ਦੀਆਂ ਗੱਲਾਂ ਨੇ। ਮਹਾਰਾਜ ਇਹਨਾਂ ਹੱਥਾਂ ਦੇ ਨਾਲ ਤਾਂ ਮੈਂ ਕਦੇ ਰੋਟੀ ਦੀ ਬੁਰਕੀ ਤੋੜ ਕੇ ਵੀ ਆਪਣੇ ਮੂੰਹ 'ਚ ਨਹੀਂ ਪਾਈ। ਮੈਂ ਬੜੇ ਅਮੀਰ ਘਰ ਦਾ ਬੱਚਾ, ਬੜੇ ਧਨਾੜ ਘਰ ਦਾ ਬੱਚਾ, ਔਰ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਹਾਂ। ਜਦੋਂ ਗਰੀਬ ਨਵਾਜ਼ ਮੈਂ ਪ੍ਰਸ਼ਾਦਾ ਛਕਦਾ ਨਾ, ਮੇਰੇ ਮਾਤਾ ਪਿਤਾ ਮੈਨੂੰ ਇੰਨਾ ਪਿਆਰ ਕਰਦੇ ਨੇ, ਰੋਟੀ ਦੀਆਂ ਬੁਰਕੀਆਂ ਤੋੜ ਤੋੜ ਕੇ ਮੇਰੇ ਮੂੰਹ 'ਚ ਪਾਉਂਦੇ, ਮੈਂ ਤਾਂ ਪ੍ਰਸ਼ਾਦਾ ਛਕਦਾ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੋ ਜਲ ਦਾ ਗਲਾਸ ਹੱਥ 'ਚ ਪਕੜਿਆ ਦੀ ਚਲਾ ਕੇ ਪਰੇ ਮਾਰਿਆ। ਆਖਿਆ ਓਹੋ ਬੜਾ ਅਨਰਥ ਹੋ ਗਿਆ। ਸੇਵਾਦਾਰ ਸਿੱਖ ਮੁਖੀ ਮੁਖੀ ਤੇ ਜਿਹੜੇ ਅੱਗੇ ਵਧੇ, ਸਿੱਖਾਂ ਸੋਚਿਆ ਸ਼ਾਇਦ ਜਲ ਦੇ ਵਿੱਚ ਕੋਈ ਕੀੜਾ ਮਕੌੜਾ ਜਾਂ ਮੱਖੀ ਮੱਛਰ ਪੈ ਗਿਆ ਹੋਣਾ, ਜੋ ਗੁਰੂ ਸਾਹਿਬ ਨੇ ਸਮੇਤ ਜਲ ਗਲਾਸ ਚਲਾ ਕੇ ਪਰੇ ਮਾਰੇ। ਅੱਗੇ ਵੱਧ ਕੇ ਬੇਨਤੀ ਕੀਤੀ, ਗਰੀਬ ਨਵਾਜ਼ ਕਿਤੇ ਜਲ 'ਚ ਕੋਈ ਕੀੜਾ ਮਕੌੜਾ ਤਾਂ ਨਹੀਂ ਪੈ ਗਿਆ। ਅਸੀਂ ਦੇਖ ਰਹੇ ਤਾਂ ਕਿ ਹਜ਼ੂਰ ਨੇ ਜਲ ਮੰਗਿਆ ਸੀ, ਜਲ ਛਕਿਆ ਨਹੀਂ, ਸਗੋਂ ਸਮੇਤ ਜਲ ਗਲਾਸ ਚਲਾ ਸਮੇਤ ਗਲਾਸ ਜਲ ਚਲਾ ਕੇ ਪਰੇ ਮਾਰਿਆ। ਸਮੇਤ ਜਲ ਗਲਾਸ ਦੇ ਸਮੇਤ ਜੋ ਜਲ 'ਚ ਸੀ ਗਲਾਸ ਵਿੱਚ ਚਲਾ ਕੇ ਪਰੇ ਮਾਰਿਆ। ਗਰੀਬ ਨਵਾਜ਼ ਕਿਤੇ ਕੀੜਾ ਮਕੌੜਾ ਤਾਂ ਨਹੀਂ ਪੈ ਗਿਆ। ਗੁਰੂ ਜੀ ਲੱਗੇ ਕਹਿਣ, ਸਿੱਖੋ ਕੀੜਾ ਮਕੌੜਾ ਕੀ ਪੈਣਾ, ਸਾਡਾ ਹੱਥ ਇੱਕ ਮੁਰਦੇ ਨੂੰ ਲੱਗ ਗਿਆ। ਸਿੱਖਾਂ ਕੇ ਭਾਸ਼ਾ ਮੁਰਦਾ, ਨਗੁਰੇ ਬੰਦੇ ਦੀ ਤਾਂ ਸੇਵਾ ਹੀ ਪ੍ਰਵਾਨ ਨਹੀਂ ਹੋਣੀ ਖਾਲਸਾ ਜੀ। ਨਗੁਰੇ ਬੰਦੇ ਦੇ ਦਾਨ ਪੁੰਨ ਵੀ ਵਿਰਸੇ ਚਲੇ ਜਾਂਦੇ। ਖਾਲਸਾ ਜੀ ਗੁਰਮੰਤਹੀਨ ਸਜੋ ਪ੍ਰਾਣੀ ਤਿਰਗੰਤ ਜਨਮ ਭ੍ਰਿਸ਼ਟਨ। ਨਗੁਰੇ ਬੰਦੇ ਇਹੋ ਜਿਹੀ ਦੁਨੀਆ ਮਿਲਣੀ ਕਿਹੜੀ? ਕੂਕਰ ਹੈ, ਕੁੱਤਿਆਂ ਵਰਗੀਆਂ, ਸੂਕਰ ਹੈ, ਸੂਰਾਂ ਵਰਗੀਆਂ, ਮਾਫ ਕਰਨਾ ਕੂਕਰ ਹੈ, ਸੂਕਰ ਹੈ, ਗਰਦ ਪੈ ਗਧਿਆਂ ਵਰਗੀਆਂ, ਸਰਪ ਨੇ ਸੱਪਾਂ ਵਰਗੀਆਂ, ਕਾਕਣਾ ਕਾਵਾਂ ਵਰਗੀਆਂ। ਸੰਤ ਜੀ ਸ਼ਬਦ ਪੜਿਆ ਕਰਦੇ ਸੁਣ, ਕਾਵਾਂ ਕੁੱਤਿਆਂ ਗਧਿਆਂ ਦੀ ਜੋਨੀ ਪੈਣਗੇ ਜਿਨ੍ਹਾਂ ਨੇ ਗੁਰੂ ਨਹੀਂ ਉਤਾਰਿਆ। ਇਹੋ ਜਿਹੇ ਜਨਮ ਖਾਲਸਾ ਜੀ ਨੁਗਰੇ ਪੁਰਸ਼ਾਂ ਨੂੰ ਧਾਰਨ ਕਰਨੇ ਪੈਣਗੇ। ਖਾਲਸਾ ਜੀ ਸੰਤ ਮਹਾਰਾਜ ਨੇ ਬੇਨਤੀ ਕੀਤੀ, ਬਾਬਾ ਜੀ ਜੇ ਨੁਗਰੇ ਪੁਰਸ਼ ਨੂੰ ਇਹੋ ਜਿਹੇ ਜਨਮ ਧਾਰਨ ਕਰਨੇ ਪੈਣੇ ਨੇ, ਜਿਹੜੇ ਨੁਗਰੇ ਦਾਨ ਕਰਦੇ ਨੇ, ਉਹਦਾ ਫਲ ਕਿਵੇਂ ਮਿਲੂਗਾ? ਸੰਤ ਲੱਗੇ ਕਹਿਣ, ਉਹਦਾ ਫਲ ਵੀ ਇਹਨਾਂ ਜੂਨੀਆਂ 'ਚ ਮਿਲੂਗਾ। ਕਹੋ ਪੁੱਛਿਆ ਬਾਬਾ ਜੀ ਉਹ ਕਿਵੇਂ? ਸੰਤ ਲੱਗੇ ਕਹਿਣ, ਕਈ ਕੁੱਤੇ ਕਾਰਾਂ ਦੇ ਜਿਹੜੇ ਫਿਰਦੇ ਬੰਦਿਆਂ ਨੂੰ ਇਹੋ ਜਿਹੇ ਸਾਬਣ ਨਹਾਉਣ ਨੂੰ ਸਾਧ ਸੰਗਤ ਨਹੀਂ ਮਿਲਦੇ, ਜਿਹੋ ਜਿਹੇ ਸਾਬਣ ਕੁੱਤਿਆਂ ਨੂੰ ਨਹਾਇਆ ਜਾਂਦਾ। ਕਈ ਮੱਝਾਂ ਦੀ ਬੜੀ ਸੇਵਾ ਹੁੰਦੀ ਹੈ, ਖਾਣਾ ਵਡੇਵੇ ਖਾਣ ਨੂੰ ਮਿਲਦੇ ਨੇ। ਕਈ ਘੋੜਿਆਂ ਦੀ ਬੜੀ ਸੇਵਾ ਹੁੰਦੀ ਹੈ, ਛੋਲੇ ਖਾਣ ਨੂੰ ਮਿਲਦੇ ਨੇ। ਸੰਤ ਲੱਗੇ ਕਹਿਣ, ਉਹਨਾਂ ਦੇ ਕੀਤੇ ਦਾਨ ਪੁੰਨਾਂ ਦਾ ਫਲ ਵੀ ਇਹਨਾਂ ਹੀ ਜੂਨੀਆਂ ਦੇ ਵਿੱਚ ਮਿਲੇਗਾ। ਝਾਤੀ ਮਾਰ ਕੇ ਦੇਖ ਲਓ, ਫਿਰ ਸਾਡੇ ਤਾਂ ਦਾਨ ਪੁੰਨ ਵੀ ਲਿਖੇ ਨਹੀਂ ਹੋਣੇ। ਕਹੋ ਇਹਨਾਂ ਜੂਨੀਆਂ 'ਚ ਮਿਲੂਗਾ ਜੇ ਅਸੀਂ ਨੁਗਰ ਰਹੇ ਹਾਂ ਤਾਂ। ਹੁਣ ਖਾਲਸਾ ਜੀ ਗੁਰੂ ਜੀ ਲੱਗੇ ਕਹਿਣ, ਸਿੱਖੋ ਮਾਫ ਕਰਨਾ ਖਾਲਸਾ ਜੀ, ਗੁਰੂ ਜੀ ਲੱਗੇ ਕਹਿਣ, ਸਿੱਖੋ ਸਾਡਾ ਤਾਂ ਮੁਰਦੇ ਨੂੰ ਲੱਗ ਗਿਆ। ਸਿੱਖਾਂ ਕੇ ਮਰ ਮੁਰਦਾ, ਇਹ ਤਾਂ ਬੜੇ ਅਮੀਰ ਘਰ ਦਾ ਬੱਚਾ, ਬੜੇ ਧਨਾੜ ਘਰ ਦਾ ਬੱਚਾ। ਗੁਰੂ ਜੀ ਲੱਗੇ ਕਹਿਣ, ਸਿੱਖੋ ਭੁੱਲ ਗਾ ਗੁਰੂ ਅਰਜਨ ਦੇਵ ਮਰ ਦੀ ਬਾਣੀ, ਅਤ ਸੁੰਦਰ ਚਤੁਰ ਕੁਲੀਨ ਮੁਖ ਗਿਆਨੀ, ਧਨਵੰਤ ਮਿਰਤ ਕਹੀਏ ਨਾਨਕਾ ਜੋ ਪ੍ਰੀਤ ਨਹੀਂ। ਭਗਵੰਤ ਜਿੰਨਾ ਮਰਜੀ ਸੋਹਣਾ ਹੋਵੇ ਹੈ, ਜਿੰਨਾ ਮਰਜੀ ਚਲਾਕ ਹੋਵੇ, ਜਿੰਨਾ ਮਰਜੀ ਉੱਚੀ ਕੁਲ ਦਾ ਹੋਵੇ,
जिन्ना मर्जी मूंह का ज्ञानवान होवे, शराबा भी पी जाते, मांस भी खाई जाते, बाणी भी पढ़ी जाते, गला च खातरे भी पाए हुए, फिर ओला की बनूगा? मुख ज्ञानी धनवंत जिन्ना मर्जी धनाड़ होवे, पर मृतक कहिए नानका जो प्रीत नहीं, भगवंत नूं तां मुर्दा कहना चाहिए जेकर ओ गुरु वाला नहीं। ऐसा भी दसदे ने जिन्हें अंतर सुरत ज्ञान नहीं, ਉਹ ਬੰਦੇ ਜਿਨ੍ਹਾਂ ਦੇ ਅੰਦਰ ਚੰਗੇ ਮੰਦੇ ਦੀ ਸੋਝੀ ਨਹੀਂ, ਭੈ ਕੀ ਨਾਹੀ ਬਿੰਦ, ਸ਼ਿਰ ਮਾਤਰ ਵੀ ਬਿੰਦ ਮਾਤਰ ਵੀ ਪਰਮੇਸ਼ਰ ਦਾ ਡਰ ਨਹੀਂ। ਗੁਰੂ ਜੀ ਕਹਿੰਦੇ ਨਾਨਕ ਮੋਇਆਂ ਦਾ ਕਿਆ ਮਾਰਨਾ ਜੋ ਆਪ ਮਾਰੇ, ਗੋਬਿੰਦ ਮਾਫ ਕਰਨਾ। ਗੁਰੂ ਜੀ ਲੱਗੇ ਕਹਿਣ ਇਹ ਤਾਂ ਮੁਰਦਾ ਹੈ। ਸਿੱਖੋ ਇਹ ਦੱਸੋ ਜਦੋਂ ਕੋਈ ਮਰ ਜਾਂਦਾ ਹੈ ਤੇ ਤੁਸੀਂ ਮਰੇ ਬੰਦੇ ਦੇ ਸਰੀਰ ਨਾਲ ਕੁਝ ਵਸਤੂ ਟੱਚ ਕਰਕੇ ਛੁਆ ਕੇ ਛਕਦੇ ਹੋ? ਆਖਿਆ ਮਹਾਰਾਜ ਜੀ ਕੋਈ ਵੀ ਮੁਰਦੇ ਨਾਲ वस्तु छुआ के छकन नूं तैयार नहीं। तो गुरु जी कहते की करते हो जब कोई मर जाता है? सिक्खा क्या मर पहला ओदा संस्कार करते हैं, फिर असीं इशनान करते हैं, तां जाके कुछ कोई अंजल वगैरह धारण करते हैं। सिख गुरु जी लगे कन देखो साडा शरीर मुर्दे नूं माफ करना, साडा हाथ मुर्दे नूं लग गया, इंज करो पहला पानी का प्रबंध करो, असीं इशनान करांगे, फिर जाके जल छकांगे। पानी का प्रबंध किया गया। खालसा जी गुरु साहब ने पहला इशनान किया, फिर शुद्ध जल मंगवा के छकिया। नगुरे के हथों तक कलगीधर ने जल नहीं छकिया। नगुरा पुरुष जिस तरह से बैठता है, खालसा जी सवा गज धरती भरीटी जाती, भावें बर्मा का पुत्र नारद भी क्यों ना होवे। दानेवाल पिंड के रहने वाले भाई दाने वर्गियां नूं अमृत छकना पिया। खैर खालसा जी आप सारे अमृत छको। खालसा जी कई कहते केसां की की लोड़ है, कहो वाहिगुरू। खालसा जी कहो वाहिगुरू। केस खालसा जी गुरु की मोहर हन, केस सिख की पहचान हन। माफ करना खालसा जी, ते खालसा जी केसां तो सिख पछाणिया जाता है सिख है। जे केस ना होण, मूंह ते दाड़ा ना होवे, सिर ते केस ना होवे, सानू कोई कह दूगा सिख है? कहो वाहिगुरू। माफ करना जिहड़े नोट दे उत्ते मोहर ना लगी होवे, खालसा जी उस नोट खालसा जी खोटा मनिया जाता है। केस गुरु की मोहर खालसा जी, केसां दी नरादरी ना करो, केस रखो अमृत छको। जे खालसा जी सिख किस सुदे करार करके नरक नूं भी तुर जे ना, गुरु केसां को पहचान के अपने सिख नूं सतगुरु पातशाह नरक च फसे नूं बाहर खिच लैंदे हन। सो खालसा जी हुण समां आग्या नहीं दिंदा, इन्ने शब्द प्रवान करो, परसों अमृत दा बाटा तैयार होना है। खालसा जी अमृत छको, गुरु वाले बनो। खालसा जी इसे करके दुनिया से आए हैं, और समा आज्ञा नहीं दिंदा, इत्थे फतेह बुलाओ। अगला प्रभु भाई साहब आपको दसणगे। वाहिगुरू जी का खालसा, वाहिगुरू जी की फतेह।